स्वागत। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट जी भास्कर जी और इंद्रप्रीत जी। दोनों को जी आए। बहुत बहुत शुक्रिया रंधावा जी। सत श्री अकाल जी। पंजाब की शांत फिजा च शांत पानिया च कोहराम क्यों मचिया, ये सवाल पुख्तगी नाल उठन लग गया। असी सारिया खबरों तो पहला मैं एक सिंपल सवाल पंजाब के मुख मंत्री जी को करना चाहुंदा, बहुत इज्जत सत्कार नाल, हालांकि साडी की हैसियत असी सवाल करिए। आखिर ਜਦੋਂ सब ठीक चल रहा ਸੀਗਾ, ਭ੍ਰਿਸ਼ਟਾਚਾਰ खिलाफ मुहिम ठीक दिशा 'ਚ जा रही ਸੀਗੀ, ਜੇ ਅਫਰਾ ਤਫਰੀ ਸੀ, ਜੇ ਕੋਈ ਰੌਲਾ ਸੀ, ਜੇ ਕੋਈ ਖੌਫ ਸੀ, ਉਹ ਸਿਆਸਤਦਾਨਾਂ 'ਚ ਜਾਂ ਬਿਊਰੋਕ੍ਰੇਸੀ 'ਚ ਸੀਗਾ, ਫਿਰ ਆਖਿਰ ਤੁਰੰਤ ਨੈਰੇਟਿਵ ਕਿਵੇਂ ਬਦਲਦੇ ਆ? ਕਿਉਂ ਅੰਮ੍ਰਿਤਪਾਲ ਦਾ ਵਰਤਾਰਾ ਇੰਨਾ ਵੱਡਾ ਵਿਸਥਾਰ ਲੈਂਦਾ ਹੈ? ਇਸ ਸਵਾਲ ਦੇ ਉੱਤੇ ਕੀ ਕੋਈ ਕਮਿਸ਼ਨ ਬਿਠਾਇਆ ਜਾ ਸਕਦਾ? ਮੁੱਖ ਮੰਤਰੀ ਭਗਵੰਤ ਮਾਨ ਜੇਕਰ ਕਿਸੇ ਐਸੇ ਨੈਰੇਟਿਵ ਨੂੰ ਸਿਰਜਣ ਲਈ ਜਾਂ ਇਹਦੇ ਸਹਾਇਕ ਵਜੋਂ ਕਿਤੇ ਖੜੇ ਨਹੀਂ, ਕੋਈ ਮੁਸ਼ਕਲ ਤਾਂ ਨਹੀਂ ਹੋਣੀ ਚਾਹੀਦੀ। ਪੰਜਾਬ ਪੂਰੀ ਤਰ੍ਹਾਂ ਤਲਖ ਹੋ ਗਿਆ। ਇਹ ਤਲਖ ਕਿਹਨੇ ਕੀਤਾ? ਕੋਈ ਤੁਸੀਂ ਕਮਿਸ਼ਨ, ਕੋਈ 2 ਮੈਂਬਰੀ 3 ਮੈਂਬਰੀ, ਕੋਈ ਸਾਬਕਾ ਜੱਜਸ ਤਾਂ ਬਣਾ ਸਕਦੇ ਹੋ, ਉਹਨੂੰ ਸਮਾਂ ਸੀਮਾ ਦੇ ਕੇ ਕੋਈ 1 ਮਹੀਨੇ 'ਚ ਜਾਂਚ ਕਰੇ। ਚੀਜ਼ਾਂ ਕਿਵੇਂ ਵਿਸਥਾਰ ਲੈਂਦੀਆਂ, ਕਿਵੇਂ ਵੱਡੀਆਂ ਹੁੰਦੀਆਂ, ਕਿਵੇਂ ਲੋਕ ਸਾਇਕੀ ਤੇ ਅਸਰ ਪਾਉਂਦੀਆਂ, ਕਿਵੇਂ ਸਮਾਜਿਕ ਜੀਵਨ 'ਚ ਖਲਲ ਪੈਂਦਾ, ਭਾਈਚਾਰਿਆਂ ਦੇ ਵਿੱਚ ਖੌਫ ਪੈਦਾ ਹੁੰਦਾ। ਕੀ ਮੁੱਖ ਮੰਤਰੀ ਪੰਜਾਬ ਇਹਦੇ ਉੱਤੇ ਇੱਕ ਪਲ ਲਈ ਸੋਚਣਗੇ? ਮੈਂ ਅੱਗੇ ਚੱਲਦਾ। ਰਾਤੀ ਇੱਕ ਸ਼ੂਗਰ ਮਿਲ ਦੇ ਵਿੱਚ ਬਹੁਤ ਵੱਡੀ ਧਾੜ ਪਹੁੰਚਦੀ ਤੇ ਫਿਰ ਉੱਥੋਂ ਕੁਝ ਵਾਪਰਦਾ ਹੈ, ਨਹੀਂ ਵਾਪਰਦਾ, ਤੁਹਾਡੇ ਨਾਲ ਸਾਂਝ ਪਾਉਣੇ। ਦੂਜਾ ਮਾਮਲਾ ਨਵਜੋਤ ਸਿੰਘ ਸਿੱਧੂ ਕੱਲਾ ਇਮਾਨਦਾਰ। ਲਗਾਤਾਰ ਅਸੀਂ ਲੋਕ ਵਿਸ਼ੇਸ਼ਣ ਦੇ ਕੇ ਸਿੱਧੂ ਨੂੰ ਵੱਡਾ ਕਰ ਦਿੰਦੇ ਆ, ਪਰ ਆਖਰ ਸਿੱਧੂ ਕਿਹੜੀ ਚੇਂਜ ਲਿਆਉਣਾ ਚਾਹੁੰਦੇ ਆ ਜਿਹੜੀ ਲਾਲ ਸਿੰਘ ਦੇ ਮੋਢਿਆਂ ਤੇ ਜਾਂ ਮਹਿੰਦਰ ਸਿੰਘ ਕੇਪੀ ਦੇ ਮੋਢਿਆਂ ਤੇ ਚੜ ਕੇ ਆਉਣੀ ਆ? ਅੱਗੇ ਚੱਲਦੇ ਆ। ਸੁਪਰੀਮ ਕੋਰਟ ਪੰਜਾਬ ਦੇ ਵਿੱਚ ਨਕਲੀ ਸ਼ਰਾਬ ਨੂੰ ਲੈ ਕੇ ਸਾਰੇ ਦੇਸ਼ ਨੂੰ ਐਡਰੈਸ ਕਰ ਰਹੀ ਆ, ਔਰ ਤੁਹਾਨੂੰ ਯਾਦ ਹੋਣਾ 100 ਤੋਂ ਵੱਧ ਉਹ ਲੋਕ ਜਿਹੜੇ ਲੋਕ ਸਿਰਫ ਤੇ ਸਿਰਫ ਸ਼ਾਮ ਨੂੰ 2 ਘੜੀ ਰਿਲੈਕਸ ਹੋਣ ਲਈ ਕੋਈ 10-20 ਰੁਪਏ ਦੀ ਦਾਰੂ ਹੱਟੀਆਂ ਤੋਂ ਲੈ ਕੇ ਪੀਂਦੇ, 100 ਤੋਂ ਵੱਧ ਲੋਕ ਮਰ ਗਏ, ਔਰ ਉਹਨਾਂ ਦੇ ਵਿੱਚ ਕਿੰਨੇ ਲੋਕ ਆਪਣੀ ਅੱਖਾਂ ਤੋਂ ਲੈ ਕੇ ਅੰਗ ਗਵਾ ਬੈਠੇ। ਇਹ ਅੰਕੜੇ ਅਜੇ ਪੂਰੀ ਤਰ੍ਹਾਂ ਤਫਸੀਲ 'ਚ ਨਹੀਂ ਆਏ, ਲੇਕਿਨ ਸੁਪਰੀਮ ਕੋਰਟ ਨੇ ਸਾਫ਼ ਕਿਹਾ ਕਿ SHO ਜ਼ਿੰਮੇਵਾਰ ਹੋਣਾ ਚਾਹੀਦਾ, ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਉਸ ਇਲਾਕੇ ਦਾ ਜਿੱਥੇ ਇਸ ਤਰ੍ਹਾਂ ਦੀਆਂ ਗਲਤ ਪ੍ਰੈਕਟਿਸ ਚੱਲ ਰਹੀਆਂ ਹੋਣ। ਆਪਾਂ ਅੱਗੇ ਚੱਲਦੇ ਹਾਂ। ਮਨੀਸ਼ ਸਿਸੋਦੀਆ ਨੂੰ ਅਪਰਾਧਿਕ ਸਾਜ਼ਿਸ਼ ਦਾ ਸੂਤਰਧਾਰ ਦਿਖਾਇਆ ਗਿਆ ਅਦਾਲਤ ਵਿੱਚ, ਔਰ ਅਦਾਲਤ ਨੇ ਮੁੱਢਲੇ ਤੌਰ ਤੇ ਇਸ ਗੱਲ ਨੂੰ ਪ੍ਰਮਾਣ ਕੀਤਾ ਕਿ ਇਹ ਮੁੱਢਲੇ ਦੌਰ ਦੀ ਗੱਲ ਤਾਂ ਹੈ, ਇਹਦੇ ਤੇ ਅੱਗੇ ਗੱਲ ਦੀ ਲੋੜ ਆ। ਉਹਨੂੰ ਜ਼ਮਾਨਤ ਨਹੀਂ ਮਿਲੀ। ਆਮ ਆਦਮੀ ਪਾਰਟੀ ਦਾ ਇਹ ਐਂਗਲ ਉਹਨੂੰ ਤਕਲੀਫ ਦੇਊਗਾ ਅੱਗੇ ਜਾ ਕੇ। ਸਭ ਤੋਂ ਪਹਿਲਾਂ ਭਾਸਕਰ ਸਾਹਿਬ, ਅੰਮ੍ਰਿਤਪਾਲ ਇਸ ਵਰਤਾਰੇ ਨਾਲ ਬਿੱਲੀ ਚੂਹੇ ਦੀ ਜਿਹੜੀ ਖੇਡ ਜੁੜੀ ਆ ਉਹਦੇ ਨਾਲ ਸਾਂਝ ਪਵਾਓ। ਰੰਧਾਵਾ ਜੀ, ਕੱਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਦਸੂਆ ਸ਼ੂਗਰ ਮਿਲ, ਉੱਥੇ ਅਚਾਨਕ ਸਰਗਰਮੀਆਂ ਵੱਧ ਜਾਂਦੀ ਹੈ। 7 ਵਜੇ ਦੇ ਕਰੀਬ 100 ਤੋਂ ਵੱਧ ਗੱਡੀਆਂ ਪੁਲਿਸ ਦੀ ਉਸ ਦਸੂਆ ਸ਼ੂਗਰ ਮਿਲ ਦੇ ਵਿੱਚ ਐਂਟਰ ਕਰਦੀਆਂ, ਗੇਟ ਬੰਦ ਕਰ ਲਿੱਤੇ ਜਾਂਦੇ ਨੇ ਔਰ ਆਸ-ਪਾਸ ਦੇ ਸਾਰੇ ਰਸਤਿਆਂ ਦੇ ਉੱਤੇ ਨਾਕੇ ਲਾ ਦਿੱਤੇ ਜਾਂਦੇ ਨੇ। ਉਹ ਗੱਡੀਆਂ ਕਾਫੀ ਦੇਰ ਤੱਕ ਅੰਦਰ ਰਹਿੰਦੀਆਂ ਔਰ 10 ਵਜੇ ਦੇ ਕਰੀਬ ਉਹਨਾਂ ਗੱਡੀਆਂ ਦੇ ਵਿੱਚੋਂ ਕਰੀਬ 10-12 ਗੱਡੀਆਂ ਪਿਛਲੇ ਗੇਟ ਤੋਂ ਬਾਹਰ ਨਿਕਲਦੀਆਂ। ਮੀਡੀਆ ਤੋਂ ਉਹਨਾਂ ਗੱਡੀਆਂ ਨੂੰ ਬਚਾਇਆ ਜਾਂਦਾ ਹੈ। ਹੁਣ ਇਹਦਾ ਅਸੀਂ ਕੀ ਮਤਲਬ ਕੱਢੀਏ ਇਹ ਤਾਂ ਨਹੀਂ ਪਤਾ, ਪਰ ਰਾਤੀ 12 ਵਜੇ ਤੋਂ ਲੈ ਕੇ 1 ਵਜੇ ਤੱਕ ਸ਼ੂਗਰ ਮਿਲ ਦੇ ਵਿੱਚ ਹੀ ਵੱਡੇ ਪੁਲਿਸ ਅਧਿਕਾਰੀਆਂ ਦੀ ਇੱਕ ਮੀਟਿੰਗ ਹੁੰਦੀ ਹੈ। ਉਸ ਮੀਟਿੰਗ ਦੇ ਵਿੱਚ ਕੋਈ ਸਟ੍ਰੈਟਜੀ ਬਣਾਈ ਜਾਂਦੀ ਹੈ। ਹਾਲਾਂਕਿ ਸੂਤਰਾਂ ਨੇ ਇਹ ਤੇ ਦੱਸਿਆ ਕਿ ਅੰਮ੍ਰਿਤਪਾਲ ਦੇ ਸ਼ੂਗਰ ਮਿਲ ਦੇ ਵਿੱਚ ਹੋਣ ਦੀ ਆਸ਼ੰਕਾ ਸੀਗੀ। ਅੰਮ੍ਰਿਤਪਾਲ ਸ਼ੂਗਰ ਮਿਲ ਤੋਂ ਫੜਿਆ ਗਿਆ, ਨਹੀਂ ਫੜਿਆ ਗਿਆ, ਪੁਲਿਸ ਨੇ ਹਜੇ ਤੱਕ ਨਹੀਂ ਦੱਸਿਆ। ਪਰ ਹਾਂ, ਇਹ ਜਿਹੜੀ 7 ਵਜੇ ਤੋਂ ਲੈ ਕੇ ਰਾਤੀ 1 ਵਜੇ ਤੱਕ ਦਸੂਆ ਸ਼ੂਗਰ ਮਿਲ ਦੇ ਵਿੱਚ ਪੁਲਿਸ ਦੀ ਗੱਡੀਆਂ ਦਾ ਜਾਣਾ ਔਰ ਛੁਪ ਕੇ 10-12 ਗੱਡੀਆਂ ਦਾ ਪਿਛਲੇ ਗੇਟ ਤੋਂ ਨਿਕਲਣਾ ਕੁਝ ਇੰਡੀਕੇਟ ਤੇ ਕਰਦਾ ਹੈ। ਹੁਣ ਜਦ ਤੱਕ ਪੁਲਿਸ ਕੁਝ ਦੱਸਦੀ ਨਹੀਂ, ਕਿਉਂਕਿ ਅੰਮ੍ਰਿਤਪਾਲ ਆਪਰੇਸ਼ਨ ਦੇ ਮਾਮਲੇ ਦੇ ਵਿੱਚ ਕਈ ਕਨਫਿਊਜ਼ਨ ਬਣੇ ਹੋਏ ਨੇ। ਹੁਣ ਇਸ ਤੋਂ ਪਹਿਲੇ ਤੁਹਾਨੂੰ ਯਾਦ ਹੋਏਗਾ ਮਾਰਚ 28 ਨੂੰ ਅੰਮ੍ਰਿਤਪਾਲ ਦੇ ਹੁਸ਼ਿਆਰਪੁਰ ਦੇ ਮਰਨਈਆ ਪਿੰਡ ਦੇ ਵਿੱਚ ਹੋਣ ਦੀ ਖਬਰ ਆਈ ਸੀ। ਪੁਲਿਸ ਨੇ ਪਿੱਛਾ ਕੀਤਾ, ਬਾਅਦ ਚੋਂ ਉਹ ਗੱਡੀ ਇਨੋਵਾ ਚੋਂ ਕੁਝ ਲੋਕ ਦੀਵਾਰ ਫੰਦ ਕੇ ਭੱਜ ਗਏ। ਕਿਹਾ ਜਾ ਰਿਹਾ ਸੀਗਾ ਉਹ ਅੰਮ੍ਰਿਤਪਾਲ ਤੇ ਪਪਲਪ੍ਰੀਤ ਵੀ ਹੋ ਸਕਦੇ ਨੇ। ਉਸ ਤੋਂ ਬਾਅਦ ਮਾਰਚ 28 ਦੀ ਹੀ ਇੱਕ CCTV ਫੁਟੇਜ ਆਉਂਦੀ ਹੈ ਜਿਹਦੇ ਵਿੱਚ ਪਪਲਪ੍ਰੀਤ ਤੇ ਅੰਮ੍ਰਿਤਪਾਲ ਵੱਖ-ਵੱਖ ਰਸਤਿਆਂ ਦੇ ਵਿੱਚ, ਔਰ ਇਹ ਵੀ ਕਲੇਮ ਕੀਤਾ ਜਾਂਦਾ ਹੈ ਕਿ ਪਪਲਪ੍ਰੀਤ ਜਾ ਰਿਹਾ ਫਗਵਾੜੇ ਵੱਲ ਤੇ ਅੰਮ੍ਰਿਤਪਾਲ ਜਾ ਰਿਹਾ ਅੰਮ੍ਰਿਤਸਰ ਵੱਲ। ਹੁਣ ਉਸ ਤੋਂ ਬਾਅਦ ਪਪਲਪ੍ਰੀਤ ਦੇ ਨਾਲ ਜਿਹੜਾ ਜੋਗਾ ਸਿੰਘ ਹੁੰਦਾ, ਜਿਹੜਾ ਪਿਲੀਭੀਤ ਤੋਂ ਡਰਾਈਵਰ ਸੀਗਾ ਜਾਂ ਕਾਰ ਸੇਵਕ ਸੀਗਾ ਜਿਹੜਾ ਉਹਨਾਂ ਨੂੰ ਲੈ ਕੇ ਆਇਆ ਸੀ, ਉਹ ਤੇ ਫੜਿਆ ਜਾਂਦਾ ਹੈ, ਪਰ ਪਪਲਪ੍ਰੀਤ ਗਾਇਬ ਹੋ ਜਾਂਦਾ ਹੈ। ਕੁਝ ਡੇਰਿਆਂ ਦੇ ਵਿੱਚ ਹਜੇ ਵੀ ਸਰਚ ਚੱਲ ਰਹੀ ਹੈ। ਕਰੀਬ 13 ਦੇ ਕਰੀਬ ਹੁਸ਼ਿਆਰਪੁਰ ਦੇ ਹੀ ਡੇਰੇ ਨੇ
ਜਿਹਦੇ ਵਿੱਚ ਲਗਾਤਾਰ ਸਰਚ ਚੱਲ ਰਹੀ ਹੈ। ਔਰ ਸਰਚ ਦਾ ਕਾਰਨ ਕੀ ਹੈ? ਹਜੇ ਤੱਕ ਮਾਰਚ 18 ਤੋਂ ਲੈ ਕੇ ਹੁਣ ਤੱਕ ਪਪਲਪ੍ਰੀਤ ਨੇ ਜਿੱਥੇ ਵੀ ਸ਼ੈਲਟਰ ਲਿਆ, ਜਾਂ ਤੇ ਉਹ ਗੁਰਦੁਆਰਾ ਸੀਗਾ ਜਾਂ ਫਿਰ ਕੋਈ ਡੇਰਾ ਸੀਗਾ। ਪਿਲੀਭਿਤ ਯਾਨੀ ਉਦਮਪੁਰ ਦੇ ਡੇਰੇ ਤੋਂ ਲੈ ਕੇ ਨੰਗਾ ਲੰਬੀਆ ਦੇ ਗੁਰਦੁਆਰੇ, ਸ਼ੇਖੂਪੁਰ ਦੇ ਗੁਰਦੁਆਰੇ, ਉਸ ਤੋਂ ਬਾਅਦ ਜਿਹੜਾ ਸ਼ਾਹਬਾਦ ਦੇ ਵਿੱਚ ਇੱਕ ਘਰ ਦੇ ਵਿੱਚ ਰੁਕਣਾ, ਸਾਰਿਆਂ ਦਾ ਕਨੈਕਸ਼ਨ ਕਿਸੇ ਨਾ ਕਿਸੇ ਡੇਰੇ ਦੇ ਨਾਲ ਹੈਗਾ ਤੇ ਡੇਰਿਆਂ ਦੇ ਉੱਤੇ ਸਖਤੀ ਕਰ ਦਿੱਤੀ ਗਈ ਹੈ। ਡਰੋਨ ਲਾ ਦਿੱਤੇ ਗਏ ਨੇ, ਇੱਕ ਆਉਣ ਜਾਣ ਵਾਲੇ ਵਿਅਕਤੀ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਪਰ ਅੰਮ੍ਰਿਤਪਾਲ ਦਾ ਔਰ ਪਪਲਪ੍ਰੀਤ ਦਾ ਹਜੇ ਤੱਕ ਕੁਝ ਨਹੀਂ ਪਤਾ ਲੱਗਿਆ। ਪਰ ਇਹ ਜਿਹੜਾ ਕੱਲ ਰਾਤ ਦਾ ਆਪਰੇਸ਼ਨ ਹੈਗਾ, ਉਹਦੇ ਉੱਤੇ ਜ਼ਰੂਰ ਕੁਝ ਨਾ ਕੁਝ ਏਦਾਂ ਲੱਗਦਾ ਹੈ ਕਿ ਜਾਂ ਤੇ ਉਹ ਅੰਮ੍ਰਿਤਪਾਲ ਇਹਨਾਂ ਦੇ ਹੱਥੋਂ ਫੇਰ ਨਿਕਲ ਗਿਆ ਜਾਂ ਫਿਰ ਕੱਲ ਫੜਿਆ ਗਿਆ। ਇਹਦੀ ਤੇ ਖੈਰ ਸੁਖਚੈਨ ਸਿੰਘ ਗਿੱਲ ਹੀ ਇਸ ਮਾਮਲੇ ਦੇ ਵਿੱਚ ਕੁਝ ਕਹਿ ਸਕਦੇ ਨੇ, ਕਿਉਂਕਿ ਇਹਨਾਂ ਮੁੱਦਿਆਂ ਦੇ ਉੱਤੇ ਉਹ ਅਕਸਰ ਪ੍ਰੈਸ ਕਾਨਫਰੰਸ ਕਰਦੇ ਨਜ਼ਰ ਆਉਂਦੇ ਨੇ। ਡੀਜੀਪੀ ਗੌਰਵ ਯਾਦਵ ਇਹਨਾਂ ਮੁੱਦਿਆਂ ਦੇ ਉੱਤੇ ਮੀਡੀਆ ਦੇ ਰੂਬਰੂ ਹੋਣ ਤੋਂ ਅਕਸਰ ਬਚਦੇ ਰਹਿੰਦੇ ਨੇ। ਇੰਦਰਪ੍ਰੀਤ ਜੀ ਕੁਝ ਕਹਿਣਗੇ? ਰੰਧਾਵਾ ਸਾਹਿਬ, ਜਿਹੜੇ ਤੁਸੀਂ ਸਾਰੇ ਸਵਾਲ ਪੁੱਛੇ ਹੈ ਜਾਂ ਇਕੱਠੇ ਕੀਤੇ ਹੈ, ਆਪਾਂ ਲਗਾਤਾਰ ਇਸ ਗੱਲ ਦੇ ਉੱਤੇ ਆ ਰਹੇ ਵੀ ਇਹ ਚੂਹੇ ਬਿੱਲੀ ਦਾ ਜਿਹੜਾ ਖੇਲ ਚੱਲ ਰਿਹਾ ਹੈ, ਇਹ ਚੱਲਣਾ ਕਦੋਂ ਤੱਕ ਹੈ? ਹੁਣ ਤਾਂ ਮਤਲਬ ਤੁਸੀਂ ਦੇਖੋ ਵੀ ਅੱਜ 1 ਅਪ੍ਰੈਲ ਹੋ ਗਈ ਹੈ, 18 ਮਾਰਚ ਤੋਂ ਇਹ ਸ਼ੁਰੂ ਹੋਇਆ ਹੈ। 2 ਬੰਦਿਆਂ ਨੂੰ ਪਕੜਨ ਵਾਸਤੇ ਹਾਈ ਕੋਰਟ ਵੀ ਕਹਿ ਚੁੱਕਿਆ ਵੀ ਤੁਹਾਡੇ ਕੋਲ 80,000 ਦੀ ਫੌਜ ਇਕੱਠੀ ਕੀਤੀ ਪਈ ਹੈ, ਤੇ ਫਿਰ ਵੀ 2 ਬੰਦੇ ਭੱਜ ਗਏ, ਵੀ ਤੁਸੀਂ ਕਰ ਕੀ ਰਹੇ ਹੋ? ਯਾਨੀ ਕਿ ਉਹਨਾਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਬਣਦੀ ਹੈ। ਪਰ ਸਵਾਲ ਇਹਦੇ ਵਿੱਚ ਕਈ ਹੋਰ ਵੀ ਨੇ। ਇੱਕ ਤਾਂ ਇਹ ਹੈ ਵੀ ਚਲੋ ਇੱਕ ਬੰਦਾ ਤਾਂ ਭੱਜਿਆ ਹੋਇਆ, ਅਸੀਂ ਉਹਨੂੰ ਬਹੁਤ ਵੱਡਾ ਕਰ ਰੱਖਿਆ, ਸਾਰੇ ਕੰਮਕਾਰ ਹੋਰ ਬੰਦ ਕਰਕੇ, ਸਾਰਾ ਮੀਡੀਆ ਉਸ ਦੇ ਉੱਤੇ ਲੱਗਿਆ ਹੋਇਆ, ਸਾਰੇ ਚੈਨਲਸ ਉਸ ਤੇ ਲੱਗੇ ਹੋਏ ਨੇ ਵੀ ਸਿਰਫ ਇਹ ਕਿ ਉਹ ਮਤਲਬ ਉਹ ਪਕੜਿਆ ਕਿਉਂ ਨਹੀਂ ਜਾ ਰਿਹਾ, ਹੈ ਨਾ ਜੀ। ਇਸ ਤੋਂ ਇੰਪੋਰਟੈਂਟ ਸਵਾਲ ਸਾਰੇ ਛੋੜਤੇ ਆ, ਚਲੋ ਇਹ ਵੀ ਚੱਲਦਾ ਰਹੇਗਾ। ਪਰ ਇਹਦੇ ਵਿੱਚ ਜਿਹੜੀ ਗੱਲ ਤੁਸੀਂ ਹੁਣ ਇਹਦੀ ਉਠਾਈ ਹੈ, ਹੁਣ ਇੱਕ ਮੈਨੂੰ ਲੱਗ ਰਿਹਾ ਕਿ ਹੋਰ ਪ੍ਰੈਸ਼ਰ ਵੀ ਪੈਣ ਲੱਗ ਗਿਆ ਵੱਖ-ਵੱਖ ਧਿਰਾਂ ਦਾ। ਤੁਸੀਂ ਦੇਖੋ ਅਲੱਗ-ਅਲੱਗ ਜਗ੍ਹਾ ਤੇ ਇਹ ਵਿਚਾਰ ਚਰਚਾਵਾਂ ਚੱਲ ਰਹੀਆਂ ਹੈ ਕਿ ਉਹਨੂੰ ਸਰੈਂਡਰ ਕਰ ਦੇਣਾ ਚਾਹੀਦਾ ਕਿ ਨਹੀਂ ਕਰ ਦੇਣਾ ਚਾਹੀਦਾ। ਸਿਮਰਨਜੀਤ ਮਾਨ ਹੋਣਾ ਦਾ ਇੱਕ ਇਹਦੇ ਵਿੱਚ ਹੀ ਬਿਆਨ ਆਇਆ ਜਿਹੜਾ ਉਹਨਾਂ ਨੇ ANI ਨਿਊਜ਼ ਏਜੰਸੀ ਨੂੰ ਦਿੱਤਾ ਹੈ ਕਿ ਉਹਨੂੰ ਸਰੈਂਡਰ ਨਹੀਂ ਕਰਨਾ ਚਾਹੀਦਾ। ਸਿੱਖ ਕਦੇ ਵੀ ਸਰੈਂਡਰ ਨਹੀਂ ਕਰਦੇ, ਮਤਲਬ ਇਹ ਉਹਨਾਂ ਨੇ ਇੱਕ ਉਹ ਦਿੱਤਾ ਹੈ। ਤੇ ਨਾਲ ਹੀ ਉਹਨੇ ਇੱਕ ਤੰਜ ਵੀ ਕਸਿਆ, ਜਿਹੜੀ ਪੁਲਿਸ ਦੀ ਥਿਉਰੀ ਬਾਰ-ਬਾਰ ਆਉਂਦੀ ਹੈ ਕਿ ਉਹਦੇ ਇਹ ਸਾਰੇ ਪਿੱਛੇ ISI ਦਾ ਹੱਥ ਹੈ। ਤਾਂ ਉਹਨਾਂ ਨੇ ਕਿਹਾ ਵੀ ਜਦੋਂ ਉਹ ਨੇਪਾਲ ਭੱਜ ਕੇ ਗਿਆ ਸੀ, ਨੇਪਾਲ ਜਾਣ ਦੀ ਲੋੜ ਕੀ ਸੀ? ਉਧਰ ਇੰਨੀ ਦੂਰ ਖਤਰਾ ਲੈ ਕੇ ਕੀਤਾ, ਇੱਥੋਂ ਰਾਵੀ ਦਰਿਆ ਪਾਰ ਕਰ ਲੈਂਦਾ ਤਾਂ ਜ਼ਿਆਦਾ ਸੌਖਾ ਸੀ, ਪਾਕਿਸਤਾਨ 'ਚ ਚਲਾ ਜਾਂਦਾ। ਤਾਂ ਜਦੋਂ ਰਿਪੋਰਟਰ ਉਸ ਤੋਂ ਪੁੱਛਦਾ ਵੀ ਪਾਕਿਸਤਾਨ 'ਚ ਕੌਣ ਉਹਨੂੰ ਪੁੱਛਣਾ, ਉਹ ਕਹਿੰਦਾ ਵੀ ਤੁਸੀਂ ਆਪ ਹੀ ਤਾਂ ਕਹਿ ਰਹੇ ਹੋ ਕਿ ਉਹ ISI ਦਾ ਬੰਦਾ ਹੈ ਤੇ ISI ਦੇ ਪਿੱਛੇ ਹੈ, ਤੇ ISI ਆਪਣੇ ਆਪ ਹੀ ਉਹਨੂੰ ਹੱਥਾਂ ਤੇ ਚੱਕਦੀ। ਤੇ ਇਹ ਜਿਹੜਾ ਇੱਕ ਵਿਅੰਗ ਜਾਂ ਉਹਨਾਂ ਨੇ ਕਸਿਆ, ਇਹਦੇ ਵਿੱਚ ਵੀ ਇਹ ਸਾਰਾ ਮੈਨੂੰ ਲੱਗਦਾ ਕਿ ਉਹਨਾਂ ਨੂੰ ਵਿਅੰਗ ਚੰਗੀ ਤਰ੍ਹਾਂ ਕੱਸਣਾ ਨਹੀਂ ਆਉਂਦਾ। ਉਹ ਸਿੱਧੇ ਸਪਾਟ ਜੇ ਕਈ ਵਾਰ ਸਿਮਰਨਜੀਤ ਮਾਨ ਬੋਲ ਦਿੰਦੇ ਆ, ਲੇਕਿਨ ਵਿਅੰਗ ਇਹਦੇ 'ਚ ਅੱਛਾ ਹੈ, ਤਿੱਖਾ ਵੀ ਹੈ ਕਿ ਜਦੋਂ ਤੁਸੀਂ ਬਾਰ-ਬਾਰ ਇੱਕ ਬੰਦੇ ਨੂੰ ਕਹਿ ਰਹੇ ਹੋ ਕਿ ਹਾਂ ਉਹ ISI ਦਾ ਬੰਦਾ ਹੈ, ਤਾਂ ਫਿਰ ਤਾਂ ਪਾਕਿਸਤਾਨ ਵਾਲਾ ਬਾਰਡਰ ਕ੍ਰਾਸ ਕਰਨਾ ਜ਼ਿਆਦਾ ਸੌਖਾ ਸੀ ਬਜਾਏ ਕਿ ਨੇਪਾਲ ਬਾਰਡਰ ਵੱਲ ਭੱਜਣਾ। ਪਹਿਲਾਂ ਸਾਰਿਆਂ ਨੂੰ ਇਹ ਪੁਲਿਸ ਦਿਖਾਇਆ ਗਿਆ ਕਿ ਜੋ ਪੀਲੀਭੀਤ ਹੁੰਦੇ ਹੋਏ ਨੇਪਾਲ ਬਾਰਡਰ ਤੱਕ ਪਹੁੰਚ ਗਿਆ, ਹੁਣ ਫੇਰ ਕਹਿ ਰਿਹਾ ਜੀ ਉਹ ਵਾਪਿਸ ਆ ਗਿਆ, ਉਹਦੇ ਪੀਲੀਭੀਤ ਤੋਂ ਡਰਾਈਵਰ ਉਹਨੂੰ ਲੈ ਕੇ ਆਇਆ। ਸੋ ਇਹ ਚੀਜ਼ਾਂ ਨਾ ਏਦਾਂ ਲੱਗ ਰਿਹਾ ਜਿਵੇਂ ਲੋਕਾਂ ਨੂੰ ਉਲਝਣ 'ਚ ਪਾਈ ਰੱਖਣਾ, ਕੋਈ ਬੰਦਾ ਸਪਸ਼ਟ ਨਹੀਂ ਕਰ ਰਿਹਾ ਇਹਦੇ ਉੱਤੇ। ਭਾਸਕਰ ਸਾਹਿਬ ਨੇ ਵੀ ਹੁਣ ਕਿਹਾ ਵੀ DGP ਸਾਹਿਬ ਤਾਂ ਕਦੀ ਕੋਈ ਪ੍ਰੈਸ ਕਾਨਫਰੰਸ ਕਰਦੇ ਹੀ ਨਹੀਂ, ਪਹਿਲਾਂ ਸੁਖਚੈਨ ਗਿੱਲ ਹੋਣੇ ਕਰਦੇ ਸੀ, ਹੁਣ ਉਹਨਾਂ ਨੇ ਵੀ ਬੰਦ ਕਰਤੀ ਹੈ। ਸੋ ਕਿੰਨਾ ਭੰਬਲ ਭੂਸਾ ਪਾਇਆ ਹੋਇਆ, ਇਹਨੂੰ ਸਪਸ਼ਟ ਕਿਹਨੇ ਕਰਨਾ ਹੈ? ਨਾ ਸਰਕਾਰ ਕਰ ਰਹੀ ਹੈ, ਨਾ ਪੁਲਿਸ ਕਰ ਰਹੀ ਹੈ, ਦੋਨੋਂ 'ਚ ਭੰਬਲ ਭੂਸਾ 'ਚ ਲੋਕਾਂ ਨੂੰ ਰੱਖਿਆ ਹੋਇਆ। ਸਿਮਰਨਜੀਤ ਸਿੰਘ ਮਾਨ, ਜੇਕਰ ਉਹਨਾਂ ਦਾ ਤੁਸੀਂ ਵਿਹਾਰ ਦੇਖੋ, ਉਹ ਇਸ ਤਰ੍ਹਾਂ ਦੀ ਪੋਲਿਟਿਕਸ ਕਰਦੇ ਹੀ ਆਏ ਆ ਔਰ ਸਿਆਸੀ ਤੌਰ ਤੇ ਉਹਨਾਂ ਨੂੰ ਵਾਰਾ ਵੀ ਖਾਂਦੀ ਆ। ਸੰਗਰੂਰ ਤੋਂ ਹੁਣੇ ਉਹ ਪਾਰਲੀਮੈਂਟ 'ਚ ਇਸੇ ਕਰਕੇ ਪਹੁੰਚੇ ਕਿਉਂਕਿ 2 ਗਰਮ ਸੁਰ ਵਾਲੇ ਨੌਜਵਾਨ ਇਹਨਾਂ ਦਿਨਾਂ 'ਚ ਫੌਤ ਹੋਏ ਤੇ ਉਹਨਾਂ ਦਾ ਜਿਹੜਾ ਅਸਰ ਸੀ, ਸਰਕਾਰ ਵਿਰੋਧੀ ਇੱਕ ਪ੍ਰੈਸ਼ਰ ਸੀਗਾ, ਉਹ ਸਿਮਰਨਜੀਤ ਸਿੰਘ ਮਾਨ ਲਈ ਭੁਗਤਿਆ। ਸਿਮਰਨਜੀਤ ਸਿੰਘ ਮਾਨ ਗਾਹੇ ਬਗਾਹੇ ਅੰਮ੍ਰਿਤਪਾਲ ਨੂੰ ਸਪੋਰਟ ਕਰਦੇ ਰਹੇ ਔਰ ਹੁਣ ਆ ਕੇ ਉਹਨਾਂ ਦਾ ਇਹ ਤੰਜ ਕੱਸਣਾ, ਮੈਨੂੰ ਲੱਗਦਾ ਸਿਮਰਨਜੀਤ ਸਿੰਘ ਮਾਨ ਵੀ ਬੈਠੇ ਸੋਚਦੇ ਹੋਣੇ ਆ ਕਿ ਮੈਂ ਵੀ 1 ਮੈਨ ਆਰਮੀ ਰਿਹਾ, ਜੇ ਮੈਂ ਆਪਣਾ ਸੰਗਠਨ ਵੱਡਾ ਕਰਦਾ, ਅੱਜ ਮੇਰੇ ਕੋਲ ਕੋਈ ਇਸ ਤਰ੍ਹਾਂ ਦਾ ਦਲਿਤ ਚਿਹਰਾ ਵੱਡਾ ਹੁੰਦਾ, ਮੈਂ ਜਲੰਧਰ 'ਚ ਇੱਕ ਵਾਰੀ ਫੇਰ ਅਜਮਾ ਕੇ ਵੇਖ ਲੈਂਦਾ। ਉਹ ਰਹਿ ਕੇ ਆਪ ਇਕੱਲੇ ਹੀ ਨੇ, ਜਿੰਨੀ ਵਾਰੀ ਜਿੱਤੇ ਉਹ ਇਸ ਤਰ੍ਹਾਂ ਨਾਲ ਹੀ, ਹਵਾ ਦੇ ਰੁੱਖ ਨਾਲ ਵੀ ਕਈ ਵਾਰੀ। ਪਰ ਸਿਮਰਨਜੀਤ ਸਿੰਘ ਮਾਨ ਦਾ ਟਰੈਕ ਰਿਕਾਰਡ ਪਾਰਲੀਮੈਂਟ 'ਚ ਚੰਗਾ। ਸਿਮਰਨਜੀਤ ਸਿੰਘ ਮਾਨ ਨੇ ਵੀ ਅਜੇ ਆਪਣੀਆਂ ਤਰਜੀਹਾਂ ਤੈਅ ਕਰਨੀਆਂ ਨੇ
ਕਿ ਉਹ ਵਕਤੀ ਰਾਜਨੀਤੀ ਨਾਲੋਂ ਜੇ ਸਿੱਖ ਮਸਲੇ ਵੀ ਐਡਰੈਸ ਚੱਜ ਨਾਲ ਨਹੀਂ ਕਰ ਸਕੇ, ਪੰਜਾਬ ਦੇ ਮਾਮਲੇ ਤੇ ਉਹਨਾਂ ਨੇ ਕੀ ਕਰਨੇ ਸੀ, ਪੰਜਾਬ ਨੂੰ ਕੋਈ ਸੇਧ ਦੇਣ ਲਈ ਉਹ ਪੋਲੀਟੀਕਲ ਅਲਟਰਨੇਟਿਵ ਕਦੇ ਵੀ ਨਹੀਂ ਦੇ ਪਾਏ। ਔਰ ਸ਼ਾਇਦ ਮੈਨੂੰ ਲੱਗਦਾ ਗਰਮ ਰਾਜਨੀਤੀ ਦਾ ਇੱਕ ਛੋਟਾ ਹਿੱਸਾ ਹੁੰਦਾ ਹੈ ਜਿਹਦੇ ਵਿੱਚ ਸੀਮਤ ਬੰਦਾ ਹੋ ਹੀ ਜਾਂਦਾ। ਮੈਂ ਅੱਗੇ ਚੱਲੂੰਗਾ ਭਾਸਕਰ ਸਾਹਿਬ, ਸਿੰਪਲ ਛੋਟੀਆਂ ਛੋਟੀਆਂ ਗੱਲਾਂ ਤੋਂ ਚੱਲਦੇ ਆ। ਐਵੇਂ ਮਨ ਚ ਆ ਗਿਆ ਇਹਨਾਂ ਖਬਰਾਂ ਨੂੰ ਤੱਕਦੇ ਆ ਕਿ ਮੰਨ ਲਓ ਸਿੱਧੂ ਨੇ ਅੱਜ ਰਿਹਾ ਹੋਣਾ, ਉਹਦੇ ਸਵਾਗਤ ਲਈ ਇੰਤਜ਼ਾਮ ਵੀ ਕੀਤੇ ਗਏ। ਜੇ ਲੰਘੇ ਕੱਲ ਲਾਲ ਸਿੰਘ ਜਿਹੜੇ ਕਾਂਗਰਸੀ ਵੱਡੇ ਆਗੂ ਨੇ ਤੇ ਉਹਨਾਂ ਦੇ ਨਾਲ ਮਹਿੰਦਰ ਸਿੰਘ KP ਜੇਕਰ ਮਿਲ ਕੇ ਕੋਈ ਪਲੈਨਿੰਗ ਵਿਉਂਤ ਰਹੇ ਆ, ਕੋਈ ਇਸ ਤਰ੍ਹਾਂ ਦੀ ਸੈੱਟ ਕਰ ਰਿਹਾ ਕਿ ਸਿੱਧੂ ਦੀ ਸਿਆਸਤ ਕਿਹੋ ਜਿਹੀ ਹੋਊਗੀ, ਤਾਂ ਫਿਰ ਤਾਂ ਇਹ 50 ਸਾਲਾਂ ਤੋਂ ਹੀ ਸਿਆਸਤ ਵੇਖਦੇ ਹੀ ਆ ਰਹੇ ਲਾਲ ਸਿੰਘ ਤੇ ਮਹਿੰਦਰ ਸਿੰਘ KP ਦੀ। ਇਹ ਚ ਨਵਾਂ ਕੀ? ਨਵਜੋਤ ਸਿੰਘ ਸਿੱਧੂ ਵੱਖਰੀ ਤਰ੍ਹਾਂ ਦਾ ਕੋਈ ਪੰਜਾਬ ਦੇ ਵਿੱਚ ਨੈਰੇਟਿਵ ਬਣਾਉਣਾ ਚਾਹੁੰਦੇ ਆ, ਵਿਕਾਸ ਨਾਲ ਜੁੜਿਆ, ਤਬਦੀਲੀ ਨਾਲ ਜੁੜਿਆ, ਵਿਵਸਥਾ ਨਾਲ ਜੁੜਿਆ, ਰਿਫਾਰਮਸ ਨਾਲ ਜੁੜਿਆ, ਨੀਤੀਆਂ ਨਾਲ ਜੁੜਿਆ। ਉਹ ਘੱਟੋ ਘੱਟ ਲਾਲ ਸਿੰਘ ਤੇ ਚਿਹਰਾ ਨਹੀਂ ਨਾ ਹੋ ਸਕਦੇ। ਜੇ ਉਹਨਾਂ ਕੋਲ ਫੌਜ ਇਹੋ ਜਿਹੀ ਆ ਤੇ ਜਰਨੈਲ ਤਾਂ ਫਿਰ ਨਕਾਰਾ ਹੀ ਮੰਨ ਲਿਆ ਜਾਵੇ ਨਾ। ਦੇਖੋ, ਜਿੱਥੇ ਤੱਕ ਨਵਜੋਤ ਸਿੰਘ ਸਿੱਧੂ ਦੀ 20 ਮਈ 2022 ਤੋਂ ਪਹਿਲੇ ਦਾ ਸੀਨ ਯਾਦ ਕਰੋ, ਜਦ ਨਵਜੋਤ ਸਿੰਘ ਸਿੱਧੂ ਨੂੰ ਨੋਟਿਸ ਦਿੱਤਾ ਸੀਗਾ ਰਾਜਾ ਵੜਿੰਗ ਦੇ ਕਹਿਣ ਤੇ ਹਰੀਸ਼ ਚੌਧਰੀ ਉਹਨਾਂ ਨੇ, ਔਰ ਐਂਟੀ ਪਾਰਟੀ ਐਕਟੀਵਿਟੀਜ਼ ਦੇ ਦੌਰ ਤੇ ਉਸ ਨੂੰ ਉਹ ਨੋਟਿਸ ਹਜੇ ਵੀ ਪੈਂਡਿੰਗ ਹੈਗਾ। ਹੁਣ ਆ ਰਹੇ ਨੇ ਨਵਜੋਤ ਸਿੰਘ ਸਿੱਧੂ ਅੱਜ ਬਾਹਰ, ਸੈਨਾ ਕਿਹੜੀ ਹੈ, ਕੌਣ ਸਮਰਥਕ ਨੇ, ਇਸ ਮੁੱਦੇ ਦੇ ਉੱਤੇ ਇੱਕ ਵੱਡੀ ਬਹਿਸ ਹੈ। ਲਾਲ ਸਿੰਘ, ਮਹਿੰਦਰ ਸਿੰਘ KP ਕੱਲ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ 'ਚ ਮਿਲ ਕੇ ਆਉਂਦੇ ਨੇ, ਪ੍ਰਤਾਪ ਸਿੰਘ ਬਾਜਵਾ ਵੀ ਕਥਿਤ ਤੌਰ ਤੇ ਜੇਲ੍ਹ 'ਚ ਮਿਲ ਕੇ ਆਉਂਦੇ ਨੇ। ਅੱਜ ਜਦ ਉੱਥੇ ਜਾਣ ਦੀ ਗੱਲ ਆ ਰਹੀ ਹੈ, ਯਾਨੀ ਸਿੱਧੂ ਦੇ ਵੈਲਕਮ ਦੀ ਗੱਲ ਆ ਰਹੀ ਹੈ, ਤੇ ਪਤਾ ਲੱਗ ਰਿਹਾ ਉਹ तमाम ਲੋਕ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਆਪਣੇ ਆਪ ਨੂੰ ਹਾਸ਼ੀਆ ਤੇ ਗਏ ਹੋਏ ਨੇ, ਚਾਹੇ ਉਹ ਲਾਲ ਸਿੰਘ ਨੇ, ਲਾਲ ਸਿੰਘ ਦੀ ਕਾਂਗਰਸ ਦੇ ਵਿੱਚ ਕਿੰਨੀ ਕੁ ਪੋਲਿਟਿਕਸ ਰਹਿ ਗਈ ਹੈ, ਮਹਿੰਦਰ ਸਿੰਘ KP ਜਿਨ੍ਹਾਂ ਨੂੰ ਰਿਟਰਨਿੰਗ ਆਫੀਸਰ ਦੇ ਕਮਰੇ ਦੇ ਵਿੱਚ ਟਿਕਟ ਦੀ ਵੇਟ ਕਰਾਈ ਤੇ ਬਾਅਦ ਚੋਂ ਬੜਾ ਬੇਆਬਰੂ ਹੋ ਕੇ ਉਹਨਾਂ ਨੂੰ ਬਾਹਰ ਨਿਕਲਣਾ ਪਿਆ ਕਿਉਂਕਿ ਟਿਕਟ ਕਿਸੇ ਹੋਰ ਨੂੰ ਮਿਲ ਗਈ ਸੀ ਆਦਮਪੁਰ ਕਨਸਟੀਚੁਐਂਸੀ ਦੀ। ਨਵਤੇਜ ਸਿੰਘ ਚੀਮਾ ਜਿਹੜੇ ਸਭ ਤੋਂ ਵੱਡੇ ਸੈਨਾਪਤੀ ਨੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ, ਉਹਨਾਂ ਨੂੰ ਉਹਨਾਂ ਦੇ ਹੀ ਇੱਕ ਮੰਤਰੀ, ਪੂਰਵ ਮੰਤਰੀ ਨੇ ਆਪਣੇ ਬੇਟੇ ਨੂੰ ਇੰਡੀਪੈਂਡੈਂਟ ਇਲੈਕਸ਼ਨ ਲੜਾ ਕੇ ਹਰਾਤਾ। ਉਹ ਨਵਜੋਤ ਸਿੰਘ ਸਿੱਧੂ ਦੀ ਸੈਨਾ ਦੇ ਵਿੱਚ ਹੈਗੇ ਨੇ, ਸੈਨਾ ਕਹੀਏ ਸਮਰਥਕ, ਜਿਹੜੇ ਅੱਜ ਇਹ ਗੱਲ ਕਲੇਮ ਕਰ ਰਹੇ ਨੇ ਕਿ ਸਭ ਤੋਂ ਵੱਡਾ ਇਕੱਠ ਅੱਜ ਉਹ ਸਾਰੇ ਮਿਲ ਕੇ ਕਰਨਗੇ। ਔਰ ਰਾਜਾ ਵੜਿੰਗ ਉਹਨਾਂ ਨੂੰ ਕੱਲ ਸਵਾਲ ਪੁੱਛਿਆ ਗਿਆ ਕਿ ਤੁਸੀਂ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਰਿਹਾਈ ਦੇ ਉੱਤੇ ਵੈਲਕਮ ਕਰਨ ਜਾਓਗੇ? ਉਹ ਕਹਿੰਦੇ ਮੈਂ ਤੇ ਮੀਟਿੰਗ ਰੱਖੀ ਹੈ ਜਲੰਧਰ ਬਾਈਪੋਲ ਵਾਸਤੇ ਤੇ ਮੈਨੂੰ ਤੇ ਉਸ ਮੀਟਿੰਗ ਦੇ ਵਿੱਚ ਜਾਣਾ ਜ਼ਰੂਰੀ ਹੈ। ਨਾ ਹੀ ਕੋਈ AICC ਤੋਂ ਕੋਈ ਸੱਦਾ ਜਾਂ ਕੋਈ ਆਰਡਰ ਨਿਕਲਿਆ ਕਿ ਵੀ ਸਿੱਧੂ ਦੇ ਵੈਲਕਮ ਵਾਸਤੇ ਉੱਥੇ ਜਾਓ, ਕਿਉਂਕਿ ਪ੍ਰਿਯੰਕਾ ਗਾਂਧੀ ਦੀ ਲਿਖੀ ਹੋਈ ਉਹ ਚਿੱਠੀ, ਉਹਦੀ ਤੇ ਗੱਲਾਂ ਹੋਈ ਸੀ ਕਿ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾਏਗੀ। ਉਸ ਚਿੱਠੀ ਤੋਂ ਬਾਅਦ ਕੁਝ ਲੋਕ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜਨ ਦੀ ਕੋਸ਼ਿਸ਼ ਤੇ ਕਰਦੇ ਨੇ, ਪਰ ਅਗਰ ਅੱਜ AICC ਤੋਂ ਜਾਂ ਫਿਰ ਦਿੱਲੀ ਵੱਲੋਂ ਕੋਈ ਇਸ ਤਰ੍ਹਾਂ ਦਾ ਆਰਡਰ ਨਹੀਂ ਆਇਆ ਕਿਉਂਕਿ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਇੱਕ ਵੱਡਾ ਇਵੈਂਟ ਬਣਾਓ, ਤੇ ਮੈਨੂੰ ਇਹ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਬਾਹਰ ਨਿਕਲ ਕੇ ਵੀ ਘੱਟ ਤੋਂ ਘੱਟ ਕਾਂਗਰਸ ਦੀ ਰਾਜਨੀਤੀ ਦੇ ਵਿੱਚ ਤੇ ਕੋਈ ਬਹੁਤਾ ਕੁਝ ਨਹੀਂ ਕਰ ਪਾਣਗੇ। ਹਾਂ, ਕੋਈ ਵੱਖਰੀ ਰਾਹ ਚੁਣ ਲੈਣ, ਨਵੀਂ ਸੈਨਾ ਬਣਾਉਣ ਔਰ ਉਸ ਸੈਨਾ ਦੇ ਵਿੱਚ ਤਗੜੇ ਸੈਨਾਪਤੀ ਹੋਣ ਤੇ ਗੱਲ ਬਣ ਸਕਦੀ ਹੈ, ਪਰ ਹਜੇ ਇਹ ਕਹਿਣਾ ਬਹੁਤ ਜਲਦੀ ਹੋਏਗਾ। ਇੰਦਰਪ੍ਰੀਤ ਜੀ, ਤੁਹਾਡਾ ਅੰਦਰ ਦਾ ਪੱਤਰਕਾਰ ਪਰਿਸਥਿਤੀਆਂ ਦਾ ਮੁਲਾਂਕਣ ਕਿਵੇਂ ਕਰ ਰਿਹਾ? ਰੰਧਾਵਾ ਸਾਹਿਬ, ਜਿਹੜੀ ਭਾਸਕਰ ਸਾਹਿਬ ਨੇ ਕਿਹਾ ਕਿ ਉਹ ਇੱਕ ਨਵੀਂ ਬਣਾ ਲੈਣ, ਦੇਖੋ ਨਵਜੋਤ ਸਿੱਧੂ ਉਸ ਕਰੈਕਟਰ ਦੇ ਬੰਦੇ ਮੈਨੂੰ ਲੱਗਦੇ ਹੀ ਨਹੀਂ ਹੈ, ਕਿਉਂਕਿ ਨਵਜੋਤ ਸਿੱਧੂ ਇੱਕ ਬਣੇ ਬਣਾਏ ਪਲੇਟਫਾਰਮ ਤੇ ਤਾਂ ਪਰਫਾਰਮ ਕਰ ਸਕਦੇ ਆ, ਵਧੀਆ ਪਰਫਾਰਮ ਕਰ ਸਕਦੇ ਆ, ਬੰਬਾਰਟਮੈਂਟ ਵੀ ਚੰਗੀ ਕਰ ਸਕਦੇ ਆ ਕਿਸੇ ਦੇ ਖਿਲਾਫ ਵੀ, ਪਰ ਉਹ ਆਪਣੀ ਨਵੀਂ ਪਿੱਚ ਤਿਆਰ ਕਰਕੇ ਉਸ ਤੇ ਖੇਲਣ, ਇਹਦੀ ਮੈਨੂੰ ਇਸ ਤੇ ਬਹੁਤ ਸ਼ੰਕਾ ਹੈ। ਉਹ ਨਹੀਂ ਕਰ ਸਕਦੇ, ਇੰਨੀ ਉਹਨਾਂ 'ਚ ਸਮਰੱਥਾ ਨਹੀਂ ਹੈਗੀ, ਕਿਉਂਕਿ ਇਹ ਚੀਜ਼ਾਂ ਉਹੀ ਬੰਦਾ ਕਰ ਸਕਦਾ ਜੋ ਬਹੁਤ ਸਹਿਜ 'ਚ ਹੋਵੇ। ਨਵਜੋਤ ਸਿੱਧੂ ਜੋ ਦਿਖਾਉਂਦੇ ਆ ਉਸ ਤੋਂ ਠੀਕ ਸੁਭਾਅ 'ਚ ਉਹਦਾ ਉਲਟਾ ਹੈ। ਉਹ ਦਿਖਾਉਂਦੇ ਆ ਕਿ ਉਹ ਬਹੁਤ ਮੈਡੀਟੇਸ਼ਨ ਕਰਦੇ ਆ, ਬੜੀ ਲੰਬੀ 8-8 ਘੰਟੇ ਵੀ ਕਰ ਸਕਦੇ ਆ। ਹੁਣੀ ਭਾਰਤ ਭੂਸ਼ਣ ਆਸ਼ੂ ਹੁਣੀ ਜੇਲ੍ਹ 'ਚੋਂ ਬਾਹਰ ਆਏ ਆ, ਉਹਨਾਂ ਨੇ ਪੱਤਰਕਾਰਾਂ ਨੂੰ ਅੰਦਰਲੀਆਂ ਥੋੜੀਆਂ ਬਹੁਤ ਦੱਸੀਆਂ, ਹਾਲਾਂਕਿ ਉਹ ਕਹਿੰਦੇ ਕਿ ਮੇਰੀ ਕਦੀ ਮੁਲਾਕਾਤ ਨਹੀਂ ਹੋਈ, ਪਰ ਮੈਨੂੰ ਕਿਸੇ ਨੇ ਕਿਹਾ ਕਿ ਉੱਥੇ ਉਹ 8-8 ਘੰਟੇ ਮੈਡੀਟੇਸ਼ਨ ਕਰਦੇ ਆ। ਜਿਹੜਾ ਬੰਦਾ 8 ਘੰਟੇ ਮੈਡੀਟੇਸ਼ਨ ਕਰਦਾ ਹੋਵੇ ਉਹ ਇੰਨਾ ਵਿਚਲਿਤ ਨਹੀਂ ਹੋ ਸਕਦਾ, ਉਹ ਤਾਂ ਬਹੁਤ ਕਾਮ ਹੁੰਦਾ ਫਿਰ, ਪਰ ਨਵਜੋਤ ਸਿੱਧੂ ਦਾ ਇਹ ਸੁਭਾਅ 'ਚ ਨਹੀਂ ਹੈਗਾ। ਜਿਹੜਾ ਤੁਹਾਨੂੰ ਯਾਦ ਹੋਊਗਾ ਜੇਲ੍ਹ ਜਾਣ ਤੋਂ ਪਹਿਲਾਂ ਉਹ ਆਪਣਾ ਇੱਕ ਪੰਜਾਬ ਮਾਡਲ ਇੱਕ ਰੱਖਦੇ ਹੁੰਦੇ ਸੀ ਸਭ ਦੇ ਸਾਹਮਣੇ ਕਿ ਪੰਜਾਬ ਨੂੰ ਇਸ ਦਿਸ਼ਾ ਵੱਲ ਚੱਲਣਾ ਚਾਹੀਦਾ ਹੈ। ਦੇਖੋ ਉਹ ਦਿਸ਼ਾ ਤਾਂ ਹੀ ਤੇ ਚੱਲਿਆ ਜਾ ਸਕਦਾ ਜੇ ਉਹ ਇੰਡੀਪੈਂਡੈਂਟ ਚੱਲਣਗੇ, ਜੋ ਪਾਰਟੀ ਹਾਈ ਕਮਾਂਡ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਚੱਲਣਗੇ ਫਿਰ ਮੈਨੂੰ ਲੱਗਦਾ ਕਿ ਇਹ ਸੰਭਵ ਨਹੀਂ ਹੈਗਾ। ਇਸ ਕਰਕੇ ਉਹਨਾਂ ਦੇ ਬਾਹਰ ਆਣ ਤੇ ਅੱਜ
ਕਾਂਗਰਸ ਦੇ ਵਿੱਚ ਕੋਈ ਵੱਡੀ ਕਰਵਟ ਹੋਏ ਇਹਦਾ ਤਾਂ ਮੈਨੂੰ ਅੰਦਾਜ਼ਾ ਹੈਗਾ, ਕਿਉਂਕਿ ਦੇਖੋ ਅਮਰਿੰਦਰ ਰਾਜਾ ਵੜਿੰਗ ਨੂੰ ਹਜੇ ਤੱਕ ਵੀ ਜਿਹੜੇ ਸੀਨੀਅਰ ਕਾਂਗਰਸੀ ਲੀਡਰ ਹੈਗੇ ਨੇ ਉਹਨਾਂ ਨੇ ਕਿਸੇ ਨੇ ਵੀ ਹਜੇ ਤੱਕ ਉਹਨਾਂ ਨੂੰ ਅੰਦਰੋਂ ਦਿਲੋਂ ਪ੍ਰਧਾਨ ਨਹੀਂ ਮੰਨਿਆ ਹੋਇਆ। ਇਸ ਕਰਕੇ ਹੁਣ ਉਹ ਇੱਕ ਇਹੋ ਜਿਹਾ ਚਿਹਰਾ ਤਲਾਸ਼ ਰਹੇ ਨੇ ਕਿ ਪਹਿਲਾਂ ਜਿਹੜਾ ਆਪਾਂ ਅਮਰਿੰਦਰ ਸਿੰਘ ਦੇ ਖਿਲਾਫ ਵਰਤਿਆ, ਕੈਪਟਨ ਦੇ ਖਿਲਾਫ, ਫਿਰ ਚੰਨੀ ਦੇ ਖਿਲਾਫ, ਤੇ ਹੁਣ ਰਾਜਾ ਵੜਿੰਗ ਦੇ ਖਿਲਾਫ। ਇਸ ਤਰ੍ਹਾਂ ਦਾ ਕੋਈ ਚਿਹਰਾ ਉਹ ਇੱਕੋ ਹੀ ਹੈ, ਨਵਜੋਤ ਸਿੱਧੂ ਹੈ, ਤੇ ਉਹਨੂੰ ਕਿਸ ਤਰ੍ਹਾਂ ਯੂਜ਼ ਕਰਨਾ ਹੈ ਇਹ ਸਾਰੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਦੇ ਤੇ ਲੱਗ ਗਈ ਹੈ। ਤੇ ਤੁਸੀਂ ਦੇਖੋ ਕੱਲ ਦੂਲੋ ਸਾਹਿਬ ਉੱਥੇ ਗਏ, ਕੱਲ ਲਾਲ ਸਿੰਘ ਜੀ ਉੱਥੇ ਗਏ, ਪ੍ਰਤਾਪ ਸਿੰਘ ਬਾਜਵਾ ਹੋਣੀ ਉੱਥੇ ਗਏ। ਇਹ ਸਾਰਾ ਉਹੀ ਸੀਨ ਹੈ ਕਿ ਕਿਸ ਤਰ੍ਹਾਂ ਜਿਹੜੇ ਹਾਸ਼ੀਏ ਤੇ ਲੱਗੇ ਹੋਏ ਲੋਕ ਹੈਗੇ ਹੈ ਉਹ ਆਪਣੇ ਆਪ ਨੂੰ ਉੱਚਾ ਉਠਾ ਸਕਣ ਕਿਸੇ ਦੇ ਮੋਢੇ ਤੇ ਬੈਠ ਕੇ। ਇਹ ਮੈਨੂੰ ਲੱਗ ਰਿਹਾ ਕਿ ਆਉਣ ਵਾਲੇ ਟਾਈਮ 'ਚ ਹੋਏਗਾ। ਮੈਂ ਭਾਸਕਰ ਸਾਹਿਬ ਦੀਆਂ ਕੁਝ ਲਾਈਨਾਂ ਨਾਲ ਸ਼ਾਮਲ ਕਰਨੀਆਂ ਨੇ, ਪਰ ਮੈਨੂੰ ਲੱਗਦਾ ਕਾਂਗਰਸੀਆਂ ਦੇ ਵਿੱਚ ਦਮਖਮ ਬਚਿਆ ਨਹੀਂ। ਉਹਨਾਂ ਨੂੰ ਲੱਗਦਾ ਹੈ ਜਿਹੜੇ ਪੁਰਾਣੇ, ਜਿਨ੍ਹਾਂ 'ਚ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਸ਼ਾਮਲ ਕਰ ਲਓ, ਉਹ ਵੀ ਬੜਾ ਜ਼ੋਰ ਲਾਉਂਦੇ ਆ, ਪਰ ਸੁਰਖੀ ਜਿਹੜੀ ਉਨੀ ਕੁ ਬਣਦੀ ਵਿਰੋਧ ਦੀ ਜਿੰਨੀ ਬਣਦੀ। ਜਿਹੜੀ ਖਬਰ ਖਿੱਚਣ ਦਾ ਇੱਕ ਤਰੀਕਾ ਹੈ ਉਹ ਨਵਜੋਤ ਸਿੰਘ ਸਿੱਧੂ ਕੋਲ ਆ। ਜੇਕਰ ਤੁਸੀਂ ਅਗਲੇ 4 ਸਾਲ ਆਪਣੇ ਆਪ ਨੂੰ ਪ੍ਰਸੰਗਿਕ ਰੱਖਣਾ ਤਾਂ ਫਿਰ ਨਵਜੋਤ ਸਿੰਘ ਸਿੱਧੂ ਤੋਂ ਵਿਵਾਕ ਤੇ ਜਿਹਨੂੰ ਕਹਿੰਦੇ ਕੁਝ ਵੀ ਬੋਲ ਜਾਣ ਵਾਲਾ ਆਗੂ ਨਹੀਂ ਮਿਲ ਸਕਦਾ। ਨਾ ਉਹ ਆਮ ਆਦਮੀ ਪਾਰਟੀ ਕੋਲ, ਨਾ ਕਿਸੇ ਅਕਾਲੀਆਂ ਕੋਲ ਆ। ਸੋ ਸਿੱਧੂ ਇੱਕ ਵਿਰੋਧ ਦਾ ਸੂਚਕ ਰਹੂਗਾ, ਇੱਕ ਵਿਰੋਧ ਦਾ ਚਿੰਨ੍ਹ ਰਹੂਗਾ। ਉਹ ਰਵੇ ਕਿਤੇ ਵੀ ਤੇ ਉਹਦੇ ਪਿੱਛੇ ਕੋਈ ਨਾ, ਉਹਨੂੰ ਕੱਢਣਗੇ ਨਹੀਂ, ਉਹਨੂੰ ਵਰਤਣਗੇ। ਉਹ ਧਾਰ ਵਰਤਿਆ ਜਾਂਦਾ ਕਿ ਨਹੀਂ, ਇਹਦੇ ਉੱਤੇ ਮੈਂ ਅੱਗੇ ਗੱਲ ਇੱਕ ਸਿੰਪਲ ਜੀ ਲਾਈਨ ਹੋਰ ਦੇਵਾਂਗਾ ਭਾਸਕਰ ਸਾਹਿਬ। ਜਿੱਥੇ ਤੱਕ ਸੁਖਪਾਲ ਸਿੰਘ ਖਹਿਰਾ ਉਹਨਾਂ ਦੀ ਉਹ ਮੀਟਿੰਗ ਜਿਹੜੀ ਨਵਜੋਤ ਸਿੰਘ ਸਿੱਧੂ ਨਾਲ ਰੀਸੈਂਟਲੀ ਹੋਈ ਹੈ, ਉਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਇੱਕ ਗੱਲ ਕਹੀ ਹੈ, ਸਿੱਧੂ ਹੁਣ ਚੇਂਜ ਹੋ ਗਿਆ। ਕਾਰਨ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਉੱਤੇ ਹਮੇਸ਼ਾ ਇੱਕੋ ਹੀ ਇਲਜ਼ਾਮ ਲੱਗਦਾ ਸੀ ਕਿ ਉਹ ਵਿਵਾਕ ਬੋਲਦੇ ਨੇ। ਕਈ ਵਾਰ ਬੋਲਣ ਦੇ ਟਾਈਮ ਵਿੱਚ ਕੁਝ ਐਦਾਂ ਦੀ ਗੱਲਾਂ ਵੀ ਕਰ ਜਾਂਦੇ ਨੇ ਜਿਹਦੇ ਰਾਹੀਂ ਇੱਕ ਮੈਸੇਜ ਹੀ ਬਿਲਕੁਲ ਪੁੱਠਾ ਜਿਹਾ ਲੋਕਾਂ ਦੇ ਵਿੱਚ ਜਾਂਦਾ ਨਾ। ਐਰੋਗੈਂਸ ਦੀ ਵੀ ਗੱਲ ਤੁਰਦੀ ਸੀਗੀ। ਉਹ ਕਹਿੰਦੇ ਨੇ ਐਤਕੀ ਜਦ ਮੈਂ ਸਿੱਧੂ ਨੂੰ ਮਿਲਿਆ ਤੇ ਸਿੱਧੂ ਸੁਣਦਾ ਜ਼ਿਆਦਾ ਸੀਗਾ, ਬੋਲਦਾ ਘੱਟ ਸੀਗਾ। ਜੇ ਵਾਕਈ ਏਦਾਂ ਦੀ ਸਥਿਤੀ ਹੈ ਤੇ ਫਿਰ ਸਿੱਧੂ ਵਾਸਤੇ ਸਭ ਤੋਂ ਵੱਡੀ ਮੁਸ਼ਕਿਲ ਉਹਦੀ ਇਮਾਨਦਾਰੀ ਦੇ ਉੱਤੇ ਕਿਸੇ ਨੂੰ ਕੋਈ ਸ਼ੱਕ ਨਹੀਂ। ਨਵਜੋਤ ਸਿੰਘ ਸਿੱਧੂ ਇਮਾਨਦਾਰ ਹੈ। ਸਿਰਫ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਉੱਤੇ ਇੱਕੋ ਹੀ ਐਲੀਗੇਸ਼ਨ ਲੱਗਦਾ ਹੈ, ਉਹ ਬਤੌਰ ਕੈਪਟਨ ਕੰਮ ਨਹੀਂ ਕਰ ਸਕਦੇ, ਟੀਮ ਮੈਂਬਰ ਕੰਮ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਦੀ ਆਪਣੀ ਟੀਮ ਦੇ ਵਿੱਚ ਹੀ ਖਲੇਰਾ ਪੈ ਜਾਂਦਾ ਹੈ। ਔਰ ਜੇ ਉਹ ਟੀਮ ਮੈਂਬਰ ਦੇ ਤਰੀਕੇ ਨਾਲ ਕੰਮ ਕਰਦੇ ਨੇ ਤੇ ਫਿਰ ਕੈਪਟਨ ਨੂੰ ਜੀਣ ਨਹੀਂ ਦਿੰਦੇ। ਕਈ ਵਾਰ ਇਹਨਾਂ ਗੱਲਾਂ ਕਰਕੇ ਤੁਹਾਡੀ ਮੁਸੀਬਤਾਂ ਖਾਸ ਕਰਕੇ ਰਾਜਨੀਤੀ ਦੇ ਵਿੱਚ ਵੱਧ ਜਾਂਦੀ। ਪੰਜਾਬ ਦੇ ਵਿੱਚ ਅਨਰੈਸਟ ਬਹੁਤ ਆ, ਲੋਕਾਂ ਦੇ ਮਨਾਂ 'ਚ ਬੇਚੈਨੀ ਬੜੀ ਆ ਤੇ ਸਾਰੀ ਪੋਲੀਟੀਕਲ ਲੀਡਰਸ਼ਿਪ ਡਿਸਕ੍ਰੈਡਿਟ ਹੋ ਗਈ। ਹੁਣ ਜੇਕਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਸੰਗਰੂਰ ਤੋਂ ਹੁੰਦੀ ਆ ਤੇ ਉਹ ਬਾਕੀ ਸਾਰਿਆਂ ਨੂੰ ਰੱਦ ਕਰਨ ਦਾ ਸੋਚ ਕੇ, ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਜਿੱਤ ਵੀ ਇਸੇ ਤਰ੍ਹਾਂ ਦੇ ਇੱਕ ਵਰਤਾਰੇ ਚੋਂ ਨਿਕਲਦੀ ਆ। ਬਹੁਤ ਔਖਾ ਨਹੀਂ ਹੈ। 2024 ਲਈ ਸਿਰਫ 13 ਕੈਂਡੀਡੇਟ ਚਾਹੀਦੇ ਆ ਤੇ ਇੱਕ ਲੀਡਰ। 13 ਕੈਂਡੀਡੇਟ ਤੇ ਇੱਕ ਲੀਡਰ। ਆਮ ਆਦਮੀ ਪਾਰਟੀ ਦੇ ਜਿੰਨੇ 92 ਜਿੱਤੇ ਆ, 92 ਦੇ ਵਿੱਚੋਂ ਮੇਰੇ ਹਿਸਾਬ ਨਾਲ 62 ਇਹੋ ਜਿਹੇ ਨੇ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ, ਔਰ 62 ਜਿਨ੍ਹਾਂ ਨੂੰ ਵੋਟਾਂ ਉਹਨਾਂ ਦੇ ਨਾਂ ਤੇ ਨਹੀਂ ਪਈਆਂ, ਬੰਦੇ ਦੇ ਨਾਂ ਤੇ ਪਈਆਂ, ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਨਾਂ ਤੇ ਪਈਆਂ ਨੇ। ਤੇ ਮੈਨੂੰ ਲੱਗਦਾ ਇਹੀ ਬਦਲਾਅ ਲੋਕਾਂ ਨੂੰ ਲੱਗਿਆ। ਇਸ ਤੋਂ ਇਲਾਵਾ ਬਦਲਾਅ ਹੈ ਹੀ ਕੋਈ ਨਹੀਂ ਸੀ। ਸਾਰੇ ਹੀ ਸ਼ੱਕ 'ਚ ਸੀਗੇ। ਈਵਨ ਰਾਜੇਵਾਲ ਦੇ ਉੱਤੇ ਵੀ 1000 ਇਲਜ਼ਾਮ ਆ ਰਹੇ ਸੀ, ਲੋਕਾਂ ਨੇ ਸਭ ਰੱਦ ਕਰਕੇ। ਸੋ ਨਵਜੋਤ ਸਿੰਘ ਸਿੱਧੂ 24 ਦੇ ਵਿੱਚ ਸਿਮਰਨਜੀਤ ਸਿੰਘ ਮਾਨ ਬਣ ਸਕਦੇ ਆ, ਪਰ ਜੇ ਉਹਨਾਂ ਦੀ ਸਮਰੱਥਾ ਹੋਈ, ਜੇਕਰ ਉਹਨਾਂ ਨੇ ਕੰਧਾੜੇ ਉਹਨਾਂ ਦੇ ਹੀ ਚੜ੍ਹਨਾ ਹੈ ਜਿਹੜੇ ਲੋਕਾਂ ਨੇ ਰੱਦ ਕੀਤੇ ਹੋਏ ਆ, ਤੇ ਫਿਰ ਸਿੱਧੂ ਵੀ ਰੱਦ ਹੀ ਸਮਝਿਆ ਜਾਵੇ। ਆਪਾਂ ਚੱਲਦੇ ਆ ਮਨੀਸ਼ ਸਿਸੋਦੀਆ ਤੇ। ਬਹੁਤ ਅਹਿਮ ਸਵਾਲ ਆ, ਸੁਪਰੀਮ ਕੋਰਟ ਵਾਲਾ ਸਵਾਲ ਬਹੁਤ ਲਾਜ਼ਮੀ ਕੀਤਾ ਜਾਣਾ ਹੈ। ਸੁਪਰੀਮ ਕੋਰਟ ਨੇ ਸ਼ਰਾਬ ਤੇ ਬੜੀ ਸਖਤ ਟਿੱਪਣੀ ਕੀਤੀ ਆ। ਮੈਂ ਚਾਹੂੰਗਾ ਭਾਸਕਰ ਸਾਹਿਬ, ਕਾਲੀ ਦੇ ਵਿੱਚ ਮਨੀਸ਼ ਸਿਸੋਦੀਆ ਦੀ ਸੁਣਵਾਈ ਸੀ ਜ਼ਮਾਨਤ ਲਈ, ਉਹਨਾਂ ਦੇ ਕੇਸ ਦੀ ਜ਼ਮਾਨਤ ਤਾਂ ਨਹੀਂ ਮਿਲੀ, ਖਾਰਜ ਹੋਈ, ਪਰ ਜਿਹੜੀਆਂ ਟਿੱਪਣੀਆਂ ਆਈਆਂ ਨੇ, ਜਿਹੜੀ ਅਦਾਲਤੀ ਪ੍ਰਕਿਰਿਆ, ਉਹਦੇ ਵਿੱਚ ਅਪਰਾਧਿਕ ਸਾਜ਼ਿਸ਼ ਦਾ ਸੂਤਰਧਾਰ ਹੋਣ ਦੀ ਮੁੱਢਲੀ ਗੱਲ ਜਾਂ ਤਸਲੀਮ ਕਰਨਾ ਇੱਕ ਤਰ੍ਹਾਂ ਨਾਲ, ਇਹ ਗੱਲ ਬਹੁਤ ਆਮ ਆਦਮੀ ਪਾਰਟੀ ਨੂੰ ਡੈਮੇਜ ਕਰਨ ਵਾਲੀ ਆ। ਇਹਨੂੰ ਤੋੜੋ। ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਮਨੀਸ਼ ਸਿਸੋਦੀਆ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ। ਚਲੋ ਇੱਥੇ ਤੱਕ ਤੇ ਠੀਕ ਹੈ, ਪਰ ਜਿਹੜੀ ਕੋਰਟ ਨੇ ਟਿੱਪਣੀਆਂ ਕੀਤੀ ਹੈ ਉਹ ਮਨੀਸ਼ ਸਿਸੋਦੀਆ ਵਾਸਤੇ ਅੱਗੇ ਚੱਲ ਕੇ ਮੁਸ਼ਕਿਲਾਂ ਖੜੀ ਕਰ ਸਕਦੀ ਹੈ। ਅਪਰਾਧਿਕ ਸਾਜ਼ਿਸ਼ ਯਾਨੀ ਕ੍ਰਿਮੀਨਲ ਕੌਨਸਪੀਰੇਸੀ ਦਾ ਮੁੱਖ ਸੂਤਰਧਾਰ ਮੰਨਿਆ ਅਦਾਲਤ ਨੇ, ਔਰ ਕਿਹਾ ਕਿ ਅੱਗੇ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈ। ਜਿਨ੍ਹਾਂ ਪੈਸਿਆਂ ਦਾ ਜ਼ਿਕਰ ਉਸ ਐਕਸਾਈਜ਼ ਪਾਲਿਸੀ ਦੇ ਕਥਿਤ ਘੁਟਾਲੇ ਦੇ ਵਿੱਚ ਕੀਤਾ ਗਿਆ, ਉਹਦੇ ਵਿੱਚ
ਟਿੱਪਣੀ ਦੇ ਵਿੱਚ ਇਹ ਵੀ ਕਿਹਾ ਕਿ 100 ਕਰੋੜ ਇੱਥੇ ਗਏ, 30 ਕਰੋੜ ਇੱਥੇ ਗਏ, ਯਾਨੀ ਹੁਣ ਅੱਗੇ ਚੱਲ ਕੇ ਕੋਈ ਮਨੀਸ਼ ਸਿਸੋਦੀਆ ਉਹਨਾਂ ਨੂੰ ਬਹੁਤੀ ਰਾਹਤ ਮਿਲ ਸਕਦੀ ਹੈ। ਕੋਰਟ ਦੀ ਟਿੱਪਣੀਆਂ ਇੰਡੀਕੇਟ ਕਰਦੀਆਂ ਕਿ ਗੱਲ ਮਨੀਸ਼ ਸਿਸੋਦੀਆ ਦੇ ਅਗੇਂਸਟ ਕਾਫੀ ਅੱਗੇ ਤੱਕ ਤੁਰ ਗਈ ਹੈ। ਇਨਵੈਸਟੀਗੇਸ਼ਨ ਦੇ ਵਿੱਚ ਕੁਝ ਐਦਾਂ ਦੀ ਗੱਲਾਂ ਵੀ ਨਿਕਲ ਕੇ ਆਈ ਹੈ ਜਿਹਦੇ ਰਾਹੀਂ ਪ੍ਰਾਈਮਾ ਫੇਸੀ ਯਾਨੀ ਪ੍ਰਾਈਮਾ ਫਸਾਈ ਅਗਰ ਕੋਰਟ ਨੇ ਇਹ ਟਿੱਪਣੀ ਕੀਤੀ ਹੈ ਕਿ ਉਹ ਕ੍ਰਿਮੀਨਲ ਕਨਸਪੀਰੇਸੀ ਦੇ ਮੁੱਖ ਯਾਨੀ ਕਨਸਪੀਰੇਟਰ ਜਾਂ ਫਿਰ ਸੂਤਰਧਾਰ ਹੈਗੇ ਨੇ, ਇਹ ਮਨੀਸ਼ ਸਿਸੋਦੀਆ ਵਾਸਤੇ ਬੜਾ ਇੱਕ ਖਤਰਨਾਕ ਟਿੱਪਣੀ ਹੈਗੀ ਹੈ। ਬਿਲਕੁਲ, ਇਹ ਰਾਉਸ ਐਵਨਿਊ ਦੀ ਜਿਹੜੀ ਅਦਾਲਤ ਹੈ, ਸੀਬੀਆਈ ਅਦਾਲਤ, ਉਹਦੇ ਵਿੱਚ ਜਦੋਂ ਇਹ ਕਿਹਾ ਜਾਂਦਾ ਹੈ ਕਿ ਪੂਰੇ ਮਾਮਲੇ 'ਚ ਅਪਰਾਧਿਕ ਸਾਜ਼ਿਸ਼ ਰਚਣ ਦਾ ਸਿਸੋਦੀਆ ਨੂੰ ਪਹਿਲੀ ਨਜ਼ਰ 'ਚ ਸੂਤਰਧਾਰ ਮੰਨਿਆ ਜਾ ਸਕਦਾ। ਮੈਂ ਨਾਲ ਨਾਲ ਪੜ੍ਹ ਰਿਹਾ। ਅਦਾਲਤ ਨੇ ਪਾਇਆ ਕਿ ਲਗਭਗ 90 ਤੋਂ 100 ਕਰੋੜ ਰੁਪਏ ਦੀ ਅਗਾਊਂ ਰਿਸ਼ਵਤ ਦਾ ਭੁਗਤਾਨ ਸਿਸੋਦੀਆ ਤੇ ਸਰਕਾਰ 'ਚ ਉਹਨਾਂ ਦੇ ਸਹਿਯੋਗੀਆਂ ਲਈ ਸੀ। ਇਸ ਵਿੱਚੋਂ 20-30 ਕਰੋੜ ਰੁਪਏ ਦੀ ਸਹਿਦੋਸ਼ੀ ਵਿਜੇ ਨਾਇਰ, ਅਭਿਸ਼ੇਕ ਬੋਇਨਪੱਲੀ ਤੇ ਦਿਨੇਸ਼ ਅਰੋੜਾ ਦੇ ਜ਼ਰੀਏ ਰੂਟ ਕੀਤੇ ਗਏ। ਇਸ ਦੇ ਬਦਲੇ ਸਿਸੋਦੀਆ ਨੇ ਸਾਊਥ ਲੌਬੀ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਐਕਸਾਈਜ਼ ਨੀਤੀ ਦੀਆਂ ਕੁਝ ਮੱਦਾਂ 'ਚ ਸੋਧ ਦੀ ਇਜਾਜ਼ਤ ਦਿੱਤੀ। ਇਹ ਦੇਖੋ, ਇਹ ਉਸ ਚਿੱਟੀ ਚਾਦਰ ਦੇ ਉੱਤੇ ਦਾਗ ਵਾਂਗ ਹੋ ਸਕਦਾ। ਇਸ ਕਰਕੇ ਕਹਿ ਰਹੇ ਹਾਂ ਕਿ ਜਿਹੜੀ ਅਦਾਲਤ ਹੈ ਟ੍ਰਾਇਲ ਤੋਂ ਪਹਿਲਾਂ ਉਹ ਵੀ ਇਹਨੂੰ ਹੋ ਸਕਦਾ ਕਹਿ ਰਹੀ ਹੈ, ਤੇ ਅਸੀਂ ਵੀ ਉਹ ਕਹਿੰਦੇ ਵੀ ਐਸੀ ਸਥਿਤੀ ਦੇ ਵਿੱਚ ਜਿਹੜੇ ਉਹ ਜੱਜ ਸੀ, ਵਿਸ਼ੇਸ਼ ਜੱਜ M.K. ਨਾਗਪਾਲ, ਉਹ ਕਹਿੰਦੇ ਕਿ ਸਿਸੋਦੀਆ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਉਹਨਾਂ ਦੀ ਰਿਹਾਈ ਨਾਲ ਜਾਂਚ ਤੇ ਨਾ ਸਿਰਫ ਮਾੜਾ ਅਸਰ ਪਵੇਗਾ ਬਲਕਿ ਗੰਭੀਰ ਰੁਕਾਵਟ ਆਏਗੀ। ਇੰਦਰਪ੍ਰੀਤ ਜੀ, ਇੱਕ ਟਿੱਪਣੀ ਦਿਓ, ਫਿਰ ਮੈਂ ਤੁਹਾਡੇ ਕੋਲ ਸੁਪਰੀਮ ਕੋਰਟ 'ਚ ਸ਼ਰਾਬ ਦੇ ਮਾਮਲੇ ਨੂੰ ਨਾਲ ਲੈਣਾ ਚਾਹੁੰਦਾ। ਵੈਸੇ ਤਾਂ ਆਪਾਂ ਕਈ ਵਾਰੀ ਇਸ ਤੇ ਡਿਸਕਸ ਕਰ ਚੁੱਕੇ ਹਾਂ, ਲੇਕਿਨ ਇਹ ਭਾਸਕਰ ਸਾਹਿਬ ਨੇ ਜਿਹੜੀ ਖਬਰ ਦਾ ਕੀਤੀ ਹੈ ਇਹ, ਉਹਦੇ ਵਿੱਚ ਮਨੀਸ਼ ਸਿਸੋਦੀਆ, ਕੇਜਰੀਵਾਲ ਸਾਹਿਬ ਤੋਂ ਬਾਅਦ ਮਨੀਸ਼ ਸਿਸੋਦੀਆ ਵੀ ਇੱਕ ਇਹੋ ਜਿਹਾ ਹੀ ਚਿਹਰਾ ਨੇ ਜਿਹੜਾ ਆਪਣੀ ਇਮਾਨਦਾਰੀ ਲਈ ਪ੍ਰਚਾਰਿਆ ਗਿਆ ਸੀ ਕਿ ਇਹ ਵੀ ਇਮਾਨਦਾਰ ਬਹੁਤ ਨੇ ਔਰ ਐਜੂਕੇਸ਼ਨ ਤੇ ਤਾਂ ਬਹੁਤ ਹੀ ਕੰਮ ਕੀਤਾ ਇਹਨਾਂ ਨੇ। ਇਹ ਉਹਨਾਂ ਦੀ ਸਟਰੈਂਥ ਹੈ ਆਮ ਆਦਮੀ ਪਾਰਟੀ ਦੀ, ਔਰ ਉਸੇ ਤੇ ਹੀ ਅੱਜ ਜਿਹੜਾ ਮਤਲਬ ਇਹ ਕੇਸ ਐਕਸਾਈਜ਼ ਵਾਲਾ ਲੱਗਿਆ, ਉਹਦੇ 'ਚ ਜਿਹੜੀ ਅਦਾਲਤ ਨੇ ਇਹ ਟਿੱਪਣੀ ਕੀਤੀ ਹੈ ਕਿ ਉਹ ਮੁੱਖ ਸੂਤਰਧਾਰ ਹੋ ਸਕਦੇ ਨੇ ਇਹ ਸਾਰੇ ਐਕਸਾਈਜ਼ ਵਾਲੀ ਪਾਲਿਸੀ 'ਚ 100 ਕਰੋੜ ਰੁਪਏ ਦਾ ਜੋ ਲੈਣ ਦੇਣ ਹੈ, ਇਹਦੇ ਵਿੱਚ 100 ਮੁੱਖ ਸੂਤਰਧਾਰ ਹੋ ਸਕਦੇ। ਇਹ ਇੱਕ ਵੱਡਾ ਦਾਗ ਹੈ। ਮੈਨੂੰ ਲੱਗਦਾ ਕਿ ਇਹ ਛੋਟੀ ਚੀਜ਼ ਨਹੀਂ ਹੈ। 24 ਆਉਣ ਵਾਲਾ ਹੈ ਤੇ ਔਰ 24 ਤੋਂ ਪਹਿਲਾਂ ਇਸ ਕਿਸਮ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਸਸ਼ਕਤ ਬੰਦੇ ਨੇ, ਉਹਨਾਂ ਨੂੰ ਅਗਰ ਦਾਗਦਾਰ ਕਰਤਾ ਤਾਂ ਇਹਦਾ ਅਸਰ ਬਹੁਤ ਦੂਰ ਤੱਕ ਹੋਊਗਾ, ਜੋ ਮੈਨੂੰ ਲੱਗ ਰਿਹਾ ਹੈ। ਕਰਨਾਟਕ ਦੀ ਇਲੈਕਸ਼ਨ ਵਿੱਚ ਆਮ ਆਦਮੀ ਪਾਰਟੀ ਨਦਾਰਦ ਹੈ। ਸਾਡੇ ਮੁੱਖ ਮੰਤਰੀ ਦੇ ਬਹੁਤੇ ਗੇੜੇ ਨਹੀਂ ਲੱਗ ਰਹੇ, ਹਾਲਾਂਕਿ ਅਜੇ ਪ੍ਰਕਿਰਿਆ ਸ਼ੁਰੂ ਹੋਣੀ ਹੈ ਨੋਮੀਨੇਸ਼ਨ ਤੇ ਬਾਕੀ, ਪਰ ਇਹਨਾਂ ਦਿਨਾਂ ਦੇ ਵਿੱਚ ਤਾਂ ਅਗਲੇ ਗਾਹ ਪਾ ਦਿੰਦੇ ਹੁੰਦੇ ਸੀ ਦੂਜੀਆਂ ਸਟੇਟਾਂ 'ਚ। ਕੇਜਰੀਵਾਲ ਸਾਹਿਬ ਨੇ ਭਾਣਾ ਮੰਨਿਆ ਲੱਗਦਾ। ਮੈਨੂੰ ਲੱਗਦਾ ਪੰਜਾਬ ਲਈ ਵੀ ਸੌਖੀ ਹੋ ਜੂ ਜਲੰਧਰ ਵਾਲੀ ਇਲੈਕਸ਼ਨ ਲੜਨੀ, ਨਹੀਂ ਤੇ ਸਾਡੇ ਮੁੱਖ ਮੰਤਰੀ ਦਾ ਇੱਕ ਪੈਰ ਉਹ ਬੰਗਲੌਰ ਦੇ ਘੇਰਿਆਂ 'ਚ ਹੋਣਾ ਸੀ, ਦੂਜਾ ਇੱਥੇ ਹੋਣਾ ਸੀਗਾ। ਖੈਰ, ਅਜੇ ਸਭ ਸੁੱਖ ਨਹੀਂ ਆ। ਦੇਖੋ, ਜਲੰਧਰ ਦੀ ਇਲੈਕਸ਼ਨ ਤੇ ਵੀ ਜੇ ਬੀਜੇਪੀ ਨੇ ਆਪਣੇ ਆਪ ਨੂੰ ਰੱਖਣਾ ਹੋਇਆ ਘੇਰੇ 'ਚ, ਆਪਣੇ ਆਪ ਨੂੰ ਰੱਖਣਾ ਹੋਇਆ ਸੈਂਟਰ ਦੇ ਵਿੱਚ, ਮੈਨੂੰ ਹਾਂਜੀ ਇਹਦੇ 'ਚ ਨਾ ਰੰਧਾਵਾ ਸਾਹਿਬ ਜਿਹੜੀ ਜਲੰਧਰ ਵਾਲੀ ਉਹਦੇ 'ਚ ਹੈਗੀ ਆ ਜਿਹੜੀ ਇਲੈਕਸ਼ਨ, ਉਹਦੇ 'ਚ ਅੱਜ ਦਾ ਜੋ ਪੋਲੀਟੀਕਲ ਸੀਨ ਹੈ ਉਹਦੇ ਵਿੱਚ ਤਾਂ ਇਹ ਲੱਗ ਰਿਹਾ ਕਿ ਜਿਹੜੀ ਟੱਕਰ ਹੋਊਗੀ ਉਹ ਅਕਾਲੀ ਦਲ ਤੇ ਇਹਦੇ ਵਿੱਚ ਹੀ ਹੋਊਗੀ, ਕਾਂਗਰਸ ਦੇ ਵਿੱਚ। ਭਾਜਪਾ ਤੇ ਆਪ 'ਚ ਤਾਂ ਤੀਜੇ ਨੰਬਰ ਦੀ ਖੇਡ ਚੱਲ ਰਹੀ ਹੈ ਕਿ ਤੀਜੇ ਨੰਬਰ ਤੇ ਕੌਣ ਆਊਗਾ, ਕਿਉਂਕਿ ਤੁਸੀਂ ਦੇਖੋ ਸੱਤਾਰੂੜ ਪਾਰਟੀ ਹੋਵੇ 92 ਸੀਟਾਂ ਦੀ ਜਿਹਦੀਆਂ ਕੋਲੇ ਹੋਣ, ਉਹਨੂੰ ਸਭ ਤੋਂ ਵੱਡੀ ਦਿੱਕਤ ਇਹ ਆ ਰਹੀ ਹੈ ਕਿ ਖੜਾਈਏ ਕਿਹਨੂੰ। ਇਸੇ ਤਰ੍ਹਾਂ ਹੀ ਬੀਜੇਪੀ ਹੈ ਸੈਂਟਰ ਦੇ ਵਿੱਚ ਪੂਰੀ ਪਾਵਰਫੁਲ ਪਾਰਟੀ, ਇੱਥੇ ਵੀ ਕਹਿ ਰਿਹਾ ਵੀ ਅਸੀਂ ਇੰਡੀਪੈਂਡੈਂਟ ਤੌਰ ਤੇ ਲੜਾਂਗੇ ਪਹਿਲੀ ਵਾਰ। ਤੇ ਅੱਜ ਇੱਕ ਜਲੰਧਰ ਦੇ ਜਿਹੜੇ ਡੀਸੀਪੀ ਨੇ ਉਹ ਵੀ ਉਹਨਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ, ਔਰ ਗਜਿੰਦਰ ਸਿੰਘ ਸ਼ੇਖਾਵਤ ਵਰਗੇ ਲੀਡਰ ਉਹਨਾਂ ਨੂੰ ਮਤਲਬ ਪਾਰਟੀ 'ਚ ਲੈ ਕੇ ਆ ਰਹੇ, ਤੇ ਉਹਨਾਂ ਬਾਰੇ ਵੀ ਚੱਲ ਰਹੀ ਹੈ ਕਿ ਕਿਤੇ ਉਹਨਾਂ ਨੂੰ ਤਾਂ ਨਹੀਂ ਉਤਾਰਿਆ ਜਾ ਰਿਹਾ। ਹਾਲਾਂਕਿ ਪਾਰਟੀ ਸਰਕਲ ਦੇ ਵਿੱਚ ਤਾਂ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਨਹੀਂ ਉਤਾਰਿਆ ਜਾ ਰਿਹਾ, ਪਰ ਇੰਨੀ ਮੁਸ਼ੱਕਤ ਜਿਹੜੀ ਕੀਤੀ ਜਾ ਰਹੀ ਹੈ ਉਹ ਜਲੰਧਰ ਬਾਈ ਇਲੈਕਸ਼ਨ ਨੂੰ ਜਿੱਤਣ ਲਈ ਹੋ ਸਕਦੀ ਹੈ ਨਾ, ਪਰ ਸ਼ਰਤਾਂ ਤਾਂ ਇਹ ਲੱਗ ਰਹੀਆਂ ਕਿ ਤੀਜੇ ਤੇ ਚੌਥੇ ਤੇ ਕੌਣ ਆਏਗਾ। ਹਜੇ ਤੱਕ ਤਾਂ ਜਿਹੜੀ ਟੱਕਰ ਫਿਲਹਾਲ ਅੱਜ ਦੀ ਡੇਟ 'ਚ ਮੈਂ ਕਹਿ ਰਿਹਾ, ਦੇਖੋ ਕੱਲ ਇਹ ਪੋਲੀਟੀਕਲ ਲੜਾਈ ਹੈ, ਇਹਦੇ ਵਿੱਚ ਸੀਨਸ ਬਹੁਤ ਚੇਂਜ ਹੁੰਦੇ ਰਹਿੰਦੇ ਨੇ, ਪਲ ਪਲ ਬਦਲਦੀਆਂ ਨੇ,
ਤਾਂ ਕਦੋਂ ਇਹ ਚੀਜ਼ਾਂ ਸਾਰੀਆਂ ਉੱਪਰ ਥੱਲੇ ਹੋ ਜਾਣ ਤਾਂ ਮੈਂ ਨਹੀਂ ਕਹਿ ਸਕਦਾ, ਲੇਕਿਨ ਮੈਂ ਅੱਜ ਦੀ ਗੱਲ ਕਰ ਰਿਹਾ ਤੇ ਅੱਜ ਦੀ ਗੱਲ ਉਹਦੇ ਵਿੱਚ ਤਾਂ ਤੀਜੇ ਤੇ ਚੌਥੇ ਨੰਬਰ ਦੀ ਹੀ ਲੜਾਈ ਹੈ ਦੋਨੋਂ ਪਾਰਟੀਆਂ ਦੀ। ਮੇਰੀ ਅੱਜ ਦੇ ਦਿਨ 'ਚ ਪ੍ਰੈਡਿਕਸ਼ਨ ਹੈ ਬੜੀ ਕਲੀਅਰ, ਅੱਜ ਤੋਂ ਬਾਅਦ ਚੇਂਜ ਹੋਣਗੇ। ਅੱਜ ਦੇ ਦਿਨ ਦੇ ਵਿੱਚ ਮੈਨੂੰ ਆਮ ਆਦਮੀ ਪਾਰਟੀ ਇਹ ਸੀਟ ਕੱਢਦੀ ਦਿਸਦੀ ਹੈ। ਇਹ ਮੈਂ ਸਾਰੀ ਗੱਲ ਮਾਝੇ ਤੇ ਦੁਆਬੇ ਦੇ ਲੋਕਾਂ ਦੀ ਸਾਈਕੀ ਦੇ ਉੱਤੋਂ ਕਹਿ ਰਿਹਾ। ਬਹੁਤ ਵੱਡੀ ਤਬਦੀਲੀ ਆ ਜੇ ਮੈਨੂੰ ਨਹੀਂ ਪਤਾ, ਲੇਕਿਨ ਇਹ ਸਾਈਕੀ ਉਹ ਸਾਈਕੀ ਜਿਹੜੀ ਸੱਤਾ ਦੇ ਨੇੜੇ ਰਹਿੰਦੀ, ਕੰਮ ਧੰਦੇ ਕਰਾਉਣ ਵਾਲੀ ਹੈ। ਇੱਥੇ ਜਦੋਂ ਵੀ ਕੋਈ ਜਮਨੀ ਚੋਣ ਹੋਊਗੀ ਉਦੋਂ ਸੱਤਾਧਾਰੀਆਂ ਨਾਲ ਸਾਂਝ ਗੰਢਣ ਦਾ ਪਿੰਡ ਪੱਧਰ ਤੋਂ ਲੈ ਕੇ ਮੁਹੱਲਿਆਂ ਤੱਕ ਤੇ ਵੱਡੇ ਲੀਡਰਾਂ ਤੱਕ ਇੱਕ ਟ੍ਰੈਂਡ ਪੈਦਾ ਹੋ ਜਾਂਦਾ। ਮੈਨੂੰ ਲੱਗਦਾ ਬਾਕੀ ਧਿਰਾਂ ਲਈ ਇਹ ਟਫ ਹੈ। ਹਾਲਾਂਕਿ ਆਮ ਆਦਮੀ ਪਾਰਟੀ ਕੋਲ ਇਸ ਵੇਲੇ ਪੈਸੇ ਧੇਲੇ ਦਾ ਜੁਗਾੜ ਕਰਨਾ ਵੀ ਔਖਾ ਹੋਇਆ ਪਿਆ। ਇਸ ਵੇਲੇ ਬੀਜੇਪੀ ਨੂੰ ਇਹ ਕ੍ਰੈਡਿਟ ਆ ਕਿ ਉਹ ਲੜਾਈ ਵੱਡੇ ਤਰੀਕੇ ਨਾਲ ਲੜ ਸਕਦੀ, ਕਿਉਂਕਿ ਉਹਨਾਂ ਕੋਲ 1 ਨੰਬਰ ਦੇ ਵਿੱਚ ਉਹਨਾਂ ਕੋਲ ਚੋਣ ਫੰਡ ਬਹੁਤ ਆ। ਪਰ ਜਿਸ ਤਰ੍ਹਾਂ ਦਾ ਉਹ ਰਜੇਸ਼ ਬਾਘਾ ਤੇ ਦਾ ਖੇਡਣਾ ਚਾਹ ਰਿਹਾ, ਜਿਹੜਾ ਹੁਣ ਤੱਕ ਲੱਗ ਰਿਹਾ, ਮੈਨੂੰ ਲੱਗਦਾ ਉਹ ਵੀ ਕੋਈ ਬਹੁਤ ਜਾਨਦਾਰ ਕੈਂਡੀਡੇਟ ਹੈ ਨਹੀਂ। ਸੰਪਲਾ ਪਹਿਲਾਂ ਹੀ ਸਕਿਨ ਬਚਾ ਚੁੱਕਿਆ ਵੀ ਮੈਂ ਨਹੀਂ ਲੜਨਾ, ਹਾਲਾਂਕਿ ਉਹ ਵੀ ਸੌਫਟ ਜੇ ਮੰਨੇ ਜਾਂਦੇ ਆ। ਵੱਡਾ ਕੈਂਡੀਡੇਟ ਸੋਚਿਆ ਗਿਆ ਸੀ ਵੀ ਬੀਜੇਪੀ ਕੋਈ ਉਤਾਰ ਸਕਦੀ ਹੈ ਵੀ ਬਿਟ ਬਾਹਰੋਂ ਲਿਆ ਕੇ, ਪਰ ਉਹ ਵੀ ਗੱਲ ਨਹੀਂ ਹੋਈ। ਅਕਾਲੀ ਦਲ ਨੇ ਵੀ ਮੀਟਿੰਗ ਸੱਦੀ ਹੋਈ ਆ, ਉਹ ਟੀਨੂ ਨੂੰ ਉਤਾਰਨ ਲਈ ਫਾਈਨਲ ਕਰੀ ਬੈਠੇ ਆ ਲਗਭਗ, ਜੇ ਕੋਈ ਵੱਡੀ ਤਬਦੀਲੀ ਨਹੀਂ ਵਾਪਰਦੀ। ਲੇਕਿਨ ਕਾਂਗਰਸ ਦੀਆਂ ਬੇੜੀਆਂ ਦੇ ਵਿੱਚ ਵੱਟੇ ਨਵਜੋਤ ਸਿੰਘ ਸਿੱਧੂ ਪਾ ਸਕਦੇ ਆ, ਇਹ ਸਵਾਲ ਬਹੁਤ ਅਹਿਮ ਆ। ਮੈਂ ਜਿਹੜਾ ਜ਼ਿਕਰ ਕਰ ਰਿਹਾ ਸੀਗਾ ਉਹ ਜ਼ਿਕਰ ਰੁਕ ਗਿਆ ਵਿੱਚ। ਮੈਂ ਕਹਿ ਰਿਹਾ ਸੀ ਕਿ ਜੇ ਜਲੰਧਰ ਦੀ ਚੋਣ ਨੂੰ ਵੀ ਸੈਂਟਰ ਸਟੇਜ ਤੇ ਲਿਆਉਣਾ ਹੋਇਆ ਬੀਜੇਪੀ ਨੇ, ਉਹਨਾਂ ਨੂੰ ਲੱਗਦਾ ਹੋਇਆ ਵੀ ਇੱਥੇ ਅਸੀਂ ਆਪਣੇ ਆਪ ਨੂੰ ਦਿਖਾ ਸਕਦੇ ਹਾਂ ਪੰਜਾਬ ਦੇ ਵਿੱਚ ਅਹਿਮ ਪੋਲਰਾਈਜੇਸ਼ਨ ਤੋਂ ਲੈ ਕੇ ਬਾਕੀ ਚੀਜ਼ਾਂ, ਫਿਰ ਹੋ ਸਕਦਾ ਕਿ ਪੰਜਾਬ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਵੀ ਚੰਡੀਗੜ੍ਹ ਦੇ ਘੇਰਿਆਂ 'ਚ ਕੋਈ ਹਲਚਲ ਹੋ ਜੇ। ਮੈਂ ਗੱਲ ਉਹ ਮਨੀਸ਼ ਸਿਸੋਦੀਆ ਨਾਲ ਜੁੜੀ ਕਰ ਰਿਹਾ ਸੀ, ਪਰ ਮੈਂ ਚਾਹੂੰਗਾ ਨਕਲੀ ਸ਼ਰਾਬ ਵਾਲੀ ਗੱਲ ਸੁਪਰੀਮ ਕੋਰਟ ਦੀ ਦੱਸ ਦਿਓ, ਤੇ ਫਿਰ ਆਪਾਂ ਗੁਜਰਾਤ ਜਿਹੜੀ ਆਪਣਾ ਭਾਸਕਰ ਸਾਹਿਬ ਉਹ ਜ਼ਿਕਰ ਕਰਨਗੇ। ਗੁਜਰਾਤ ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਉਹ ਦਿੱਤੀ ਨਹੀਂ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਪੜ੍ਹਾਈ ਲਿਖਾਈ ਸੰਬੰਧੀ ਜਾਣਕਾਰੀ ਜੀ। ਸੁਪਰੀਮ ਕੋਰਟ ਦਾ ਜਿਹੜਾ ਇੱਕ ਆਇਆ ਹੈ ਫੈਸਲਾ, ਉਹ ਤੁਹਾਨੂੰ ਰੰਧਾਵਾ ਸਾਹਿਬ ਪਤਾ ਹੀ ਹੋਣਾ ਕਿ ਆਪਣੇ ਇੱਥੇ ਹੀ ਨਕਲੀ ਸ਼ਰਾਬ ਤੋਂ 100 ਬੰਦਾ ਮਰ ਗਿਆ, ਉਹੀ ਕੇਸ ਚੱਲ ਰਿਹਾ ਤੇ ਉਹਦੇ ਚ ਸੁਪਰੀਮ ਕੋਰਟ ਦੀ ਟਿੱਪਣੀ ਬਹੁਤ ਇੰਪੋਰਟੈਂਟ ਹੈ, ਜਿਹੜੀ ਉਹਨਾਂ ਨੇ ਕਿਹਾ ਵੀ ਅੱਗੇ ਤੋਂ ਉਹਨਾਂ ਨੇ ਪਹਿਲਾਂ ਤਾਂ ਦਿਖਾਇਆ ਇੱਥੇ ਵੀ 13,000 ਭੱਠੀਆਂ, ਮਤਲਬ ਪੁਲਿਸ ਨੇ ਕਲੇਮ ਕੀਤਾ ਕਿ ਅਸੀਂ ਨਸ਼ਟ ਕਰਤੀਆਂ ਜੀ। ਇਹਦੇ ਚ 36,000 FIR ਦਰਜ ਹੋਈਆਂ ਨੇ ਸਾਰੇ ਉਹਦੇ ਵਿੱਚ। ਤਾਂ ਜਦੋਂ ਇੰਨਾ ਵੱਡਾ ਮਤਲਬ ਕੇਸ ਹੈ, 100 ਬੰਦਾ ਮਰ ਗਿਆ ਹੋਵੇ, ਕਿੰਨੇ ਤੁਸੀਂ ਆਪ ਹੀ ਕਿਹਾ ਬਹੁਤ ਸਾਰਿਆਂ ਦੀ ਅੱਖਾਂ ਚਲੀਆਂ ਗਈਆਂ, ਹੋਰ ਵੀ ਅੰਗਾਂ ਦਾ ਨੁਕਸਾਨ ਹੋ ਗਿਆ, ਕਿੰਨੀ ਸੀਰੀਅਸ ਗੱਲ ਹੈ। ਔਰ ਅਸੀਂ ਇਸ ਗੱਲ ਦੇ ਉੱਤੇ ਸੁਪਰੀਮ ਕੋਰਟ ਦੀ ਟਿੱਪਣੀ ਜਿਹੜੀ ਉਸ ਤੇ ਚਰਚਾ ਕਰ ਰਹੇ ਹਾਂ ਕਿ ਉਹਨਾਂ ਨੇ ਕਿਹਾ ਵੀ ਅਗਰ ਅੱਗੇ ਤੋਂ ਕਿਸੇ ਵੀ ਏਰੀਆ ਦੇ ਵਿੱਚ ਨਕਲੀ ਸ਼ਰਾਬ ਬਣਾਉਣ ਵਾਲੀ ਭੱਠੀ ਮਿਲੀ ਤਾਂ ਉਸ ਏਰੀਆ ਦਾ SHO ਜ਼ਿੰਮੇਵਾਰ ਹੋਏਗਾ, ਇਹ ਉਹਨਾਂ ਨੇ ਕਿਹਾ। ਔਰ ਕੇਸ ਨੂੰ ਉਹਨਾਂ ਨੇ ਮਤਲਬ ਕਲੋਜ਼ ਕਰਤਾ ਹੈ। ਸਵਾਲ ਇੱਥੇ ਇਹ ਹੈ ਵੀ ਜਿਹੜੀ ਆਈ ਹੈ ਟਿੱਪਣੀ ਵੀ ਉਹ ਜ਼ਿੰਮੇਵਾਰ ਹੋਏਗਾ, ਉਹਦੀ ਜਵਾਬਦੇਹੀ ਤੈਅ ਹੋਏਗੀ, ਤਾਂ ਉਹਦੀ ਜਵਾਬਦੇਹੀ ਤੈਅ ਕਰਨ ਵਾਸਤੇ ਇਹ ਜ਼ਰੂਰੀ ਹੈ ਕਿ ਕਿਸੇ ਵੀ ਏਰੀਆ ਦੇ ਵਿੱਚ ਜਿਹੜਾ SHO ਲਗਾਇਆ ਜਾਂਦਾ ਹੈ ਉਹਦੀ ਟੈਨਿਓਰ ਵੀ ਨਿਸ਼ਚਿਤ ਹੋਵੇ। ਅਦਰਵਾਈਜ਼ ਕੀ ਹੋਊਗਾ ਕਿ ਕਿਸੇ ਨੇ ਜ਼ਿੰਮੇਵਾਰੀ ਲੈਣੀ ਨਹੀਂ, ਉਹ ਕਹੇਗਾ ਵੀ ਮੈਂ ਥੋੜੀ ਜੀ ਮੇਰੇ ਤੋਂ ਪਿਛਲੇ ਨੇ ਕੀਤਾ, ਪਿਛਲਾ ਕਹੇਗਾ ਜੀ ਮੇਰੇ ਤੋਂ ਪਿਛਲੇ ਨੇ ਕੀਤਾ, ਤਾਂ ਫਿਰ ਇਹ ਤਾਂ ਬਲੇਮ ਗੇਮ ਹੋ ਜਾਏਗੀ, ਬਾਲ ਇੱਕ ਦੂਜੇ ਦੇ ਉੱਤੇ ਸਿੱਟੀ ਜਾਓ। ਪਰ ਇਹ ਅਗਰ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ, ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਟੈਨਿਓਰ ਹੈਗੀ ਹੈ, ਔਰ ਪੁਲਿਸ ਐਕਟ ਦੇ ਵਿੱਚ ਜਿਹੜਾ 2007 ਦੇ ਵਿੱਚ ਬਣਾਇਆ ਸੀ ਉਹਦੇ ਵਿੱਚ ਇਹ ਹੈਗਾ ਵੀ ਸੀ ਕਿ ਜਿਹੜਾ SHO ਔਰ SSP ਦੀ ਜਿਹੜੀ ਟੈਨਿਓਰ ਹੈਗੀ ਹੈ ਉਹ ਫਿਕਸ ਕੀਤੀ ਜਾਏਗੀ, 2 ਸਾਲ ਉਹਨਾਂ ਨੇ ਰੱਖੇ। ਪਰ ਜੇ ਤੁਸੀਂ ਉਹਨੇ ਨਹੀਂ ਰੱਖੋਗੇ ਤਾਂ ਮੈਨੂੰ ਲੱਗਦਾ ਕਿ ਫਿਰ ਇਹ ਜਿਹੜੀ ਸੁਪਰੀਮ ਕੋਰਟ ਦੀ ਟਿੱਪਣੀ ਵੀ ਹੈ ਇਹ ਵੀ ਕੋਈ ਜ਼ਿਆਦਾ ਅਸਰ ਨਹੀਂ ਦਿਖਾ ਪਾਏਗੀ। ਸੁਪਰੀਮ ਕੋਰਟ ਦੀ ਟਿੱਪਣੀ ਤੇ ਬਿਲਕੁਲ ਸਹੀ ਦਿਸ਼ਾ ਵੱਲ ਜਾਂਦੀ ਹੈ ਕਿ ਜਿਹੜਾ ਵੀ ਪੁਲਿਸ ਵਾਲਾ ਜਿਹਦੇ ਏਰੀਏ ਦੇ ਵਿੱਚ ਏਦਾਂ ਦੀ ਕੋਈ ਭੱਠੀ ਪੁੱਠੀ ਫੜੀ ਗਈ ਤੇ ਫਿਰ ਉਹ SHO ਜਾਂ ਫਿਰ ਉਸ ਏਰੀਏ ਦਾ SSP ਸਿੱਧੇ ਤੌਰ ਤੇ ਜ਼ਿੰਮੇਵਾਰ ਹੋਏਗਾ। ਇਹ ਕੋਈ ਨਵੀਂ ਗੱਲ ਨਹੀਂ ਹੈ, ਭਾਵੇਂ ਸੁਪਰੀਮ ਕੋਰਟ ਨੇ ਟਿੱਪਣੀ ਹੁਣੇ ਕੀਤੀ ਹੈ। ਅਦਰਵਾਈਜ਼ ਵੀ ਕਿਸੇ ਵੀ ਏਰੀਆ ਦੇ ਵਿੱਚ ਹੋਣ ਵਾਲੇ ਕ੍ਰਾਈਮ ਦਾ ਰਿਸਪੌਂਸੀਬਲ, ਖਾਸ ਕਰਕੇ ਉਸ ਕ੍ਰਾਈਮ ਨੂੰ ਸੋਲਵ ਨਾ ਕਰਨ ਵਾਸਤੇ ਉਸ ਏਰੀਆ ਦਾ SHO ਹੀ ਰਿਸਪੌਂਸੀਬਲ ਹੁੰਦਾ ਹੈ। ਇਹ ਗੱਲ ਸੁਪਰੀਮ ਕੋਰਟ ਦੇ ਵਿੱਚ ਇਸ ਕਰਕੇ ਵੀ ਨਸ਼ਰ ਹੋਈ ਕਿ ਇਸ ਮੁੱਦੇ ਦੇ ਉੱਤੇ ਇੱਕ ਐਫੀਡੇਵਿਟ ਪੰਜਾਬ ਦੀ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਦਿੱਤਾ ਸੀਗਾ। ਉਹਦੇ ਵਿੱਚ ਜਿਹੜੇ ਸਟੈਪਸ ਲਏ ਨੇ ਇਲੀਗਲ ਲਿਕਰ ਯਾਨੀ ਘਰ ਦੀ ਕੱਢੀ ਸ਼ਰਾਬ ਨੂੰ ਰੋਕਣ ਵਾਸਤੇ, ਉਹਦਾ ਬਿਊਰਾ ਸੀਗਾ। ਉਹਦੇ ਬਾਅਦ ਸੁਪਰੀਮ ਕੋਰਟ ਨੇ ਇਹ ਟਿੱਪਣੀ ਦਿੱਤੀ ਹੈ। 2020 ਦਾ ਉਹ ਕੇਸ ਜਦ 100 ਦੇ ਕਰੀਬ ਲੋਕ ਮਰ ਗਏ ਸੀਗੇ ਇਲੀਗਲ ਸ਼ਰਾਬ ਨਾਲ, ਔਰ ਉਸ ਤੋਂ ਬਾਅਦ ਬਿਹਾਰ ਦਾ ਉਹ ਕੇਸ ਜਿਹਦੇ ਵਿੱਚ ਕਈਆਂ ਦੀ ਅੱਖਾਂ ਚਲੀ ਗਈ ਸੀ, ਤੇ ਇਹ ਇਲੀਗਲ ਸ਼ਰਾਬ ਦਾ ਮੁੱਦਾ ਸੁਪਰੀਮ ਕੋਰਟ ਦੇ ਵਿੱਚ ਸਿਖਰ ਤੇ ਗਿਆ ਹੋਇਆ ਸੀਗਾ।
ਹੁਣ ਇਸ ਮੁੱਦੇ ਦੇ ਉੱਤੇ ਜੋ ਇਨਵੈਸਟੀਗੇਸ਼ਨ ਹੋਈ ਸੀ ਉਹਨਾਂ 100 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਉਹ ਖੁਰਦ-ਬੁਰਦ ਜ਼ਰੂਰ ਹੋਈ ਸੀ, ਔਰ ਇਸ ਕਰਕੇ ਸੁਪਰੀਮ ਕੋਰਟ ਨੇ ਟਿੱਪਣੀ ਦਿੱਤੀ ਹੈ। ਦੂਜਾ, ਗੁਜਰਾਤ ਹਾਈ ਕੋਰਟ ਦੀ ਵੀ ਗੱਲ ਕਰ ਲਈਏ। ਕੇਜਰੀਵਾਲ ਸਾਹਿਬ ਨੇ ਉੱਥੇ ਇੱਕ ਪਟੀਸ਼ਨ ਪਾਈ ਸੀ, ਔਰ ਇੱਕ ਪਟੀਸ਼ਨ ਵੀ ਕੀ ਸੀ 2016 ਦੇ ਵਿੱਚ ਸੈਂਟਰਲ ਜਿਹੜੇ ਇਨਫੋਰਮੇਸ਼ਨ ਆਫੀਸਰ ਨੇ ਉਹਨਾਂ ਨੇ ਇੱਕ ਆਰਡਰ ਕੀਤਾ ਸੀ, ਔਰ ਗੁਜਰਾਤ ਯੂਨੀਵਰਸਿਟੀ ਨੂੰ ਕਿਹਾ ਸੀਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਡਿਗਰੀ ਦੇ ਰਿਲੇਟਡ ਜਿੰਨੀ ਵੀ ਡਿਟੇਲ ਹੈਗੀ ਹੈ ਉਹ ਜਨਤਕ ਕਰੋ। ਉਸ ਆਰਡਰ ਨੂੰ ਰਿਜੈਕਟ ਕਰਦੇ ਹੋਏ ਕੱਲ ਗੁਜਰਾਤ ਹਾਈ ਕੋਰਟ ਨੇ ਕੇਜਰੀਵਾਲ ਉਹਨਾਂ ਨੂੰ ਅਦਾਲਤ ਦੇ ਟਾਈਮ ਵੇਸਟ ਕਰਨ ਦਾ ਵਾਸਤੇ ਦੋਸ਼ੀ ਠਹਿਰਾਇਆ। 25,000 ਰੁਪਏ ਜੁਰਮਾਨਾ ਪਾਤਾ, ਔਰ 25,000 ਰੁਪਏ ਗੁਜਰਾਤ ਦੀ ਲੀਗਲ ਅਥਾਰਟੀ ਹੈ ਉਹਨਾਂ ਨੂੰ ਦੇਣ ਦੀ ਗੱਲ ਕੀਤੀ। ਪਰ ਕੇਜਰੀਵਾਲ ਨੇ ਵੀ ਉਸ ਤੋਂ ਬਾਅਦ ਇੱਕ ਸਵਾਲ ਜ਼ਰੂਰ ਖੜਾ ਕੀਤਾ ਕਿ ਦੇਸ਼ ਦੇ ਲੋਕਾਂ ਨੂੰ ਕੀ ਹੈ ਜਾਣਨ ਦਾ ਹੱਕ ਨਹੀਂ ਹੈਗਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਕਿੰਨਾ ਕੁ ਪੜ੍ਹੇ ਲਿਖੇ ਹੈਗੇ ਨੇ। ਔਰ ਇਹਦੇ ਉੱਤੇ ਕਾਂਗਰਸ ਵੀ ਕੇਜਰੀਵਾਲ ਉਹਨਾਂ ਦੇ ਨਾਲ ਖੜਦੀ ਹੋਈ ਨਜ਼ਰ ਆਈ। ਜੈਰਾਮ ਰਮੇਸ਼ ਤੋਂ ਲੈ ਕੇ ਖੜਗੇ ਸਾਹਿਬ ਸਾਰਿਆਂ ਨੇ ਇਹ ਜ਼ਰੂਰ ਬਿਆਨ ਦਿੱਤੇ ਕਿ ਜਿਹੜੇ ਇਸ ਮੁੱਦੇ ਦੇ ਉੱਤੇ ਜੇ ਪ੍ਰਧਾਨ ਮੰਤਰੀ ਦੀ ਐਜੂਕੇਸ਼ਨ ਦੇ ਬਾਰੇ 'ਚ ਕੋਈ ਸਵਾਲ ਕੀਤਾ ਜਾਂਦਾ ਹੈ ਉਹਦੇ ਉੱਤੇ ਅਗਰ ਅਦਾਲਤਾਂ ਜੁਰਮਾਨਾ ਲਾਣਾ ਸ਼ੁਰੂ ਕਰ ਦਿੰਦੀ ਹੈ ਤੇ ਇਹਦੇ ਵਿੱਚ ਸਵਾਲ ਗਲਤ ਸੀ ਜਾਂ ਫਿਰ ਉਹ ਜੁਰਮਾਨਾ ਲਾਣਾ ਗਲਤ ਸੀ। ਇਹ ਵੀ ਇੱਕ ਵੱਡਾ ਸਵਾਲ ਖੜਾ ਹੋ ਗਿਆ। ਹੁਣ ਜਗ੍ਹਾ ਜਗ੍ਹਾ ਮੋਦੀ ਹਟਾਓ ਦੇਸ਼ ਬਚਾਓ ਦੇ ਨਾਰੇ ਪੰਜਾਬ ਦੇ ਵਿੱਚ ਤੇ ਇਹ ਪੋਸਟਰ ਲੱਗਣੇ ਸ਼ੁਰੂ ਹੋ ਗਏ ਨੇ। ਔਰ ਇਸ ਮੁੱਦੇ ਦੇ ਉੱਤੇ ਦਿੱਲੀ ਦੇ ਵਿੱਚ 136 FIR 138 FIR ਹੋਈ ਸੀ, ਕਾਫੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਔਰ ਸਾਡੇ ਹਰਭਜਨ ਸਿੰਘ ETO ਪਿਛਲੇ ਦਿਨਾਂ ਦੇ ਵਿੱਚ ਜਲੰਧਰ ਦੇ ਵਿੱਚ ਬਕਾਇਦਾ ਪੋਸਟਰ ਲਾਉਂਦੇ ਹੋਏ ਫੋਟੋ ਖਿਚਾ ਕੇ ਇਹ ਵੀ ਚੈਲੰਜ ਕੀਤਾ ਸੀ ਮੇਰੇ ਖਿਲਾਫ ਕੇਸ ਕਰਕੇ ਦਿਖਾਓ। ਚਲੋ ਇਲੈਕਸ਼ਨ ਦਾ ਟਾਈਮ ਹੈ, ਇਹ ਚੀਜ਼ਾਂ ਤੇ ਅੱਗੇ ਤੁਰਨਗੀਆਂ। ਇਹ ਨਾ ਹੋਵੇ ਕਿ ਹਰਭਜਨ ਸਿੰਘ ਹੋਰਾਂ ਕੋਲੋਂ ਮਿਨਿਸਟਰਸ਼ਿਪ ਕਹਿਣ ਇੱਧਰ ਸਾਈਡ ਤੇ ਰੱਖ ਕੇ ਤੁਸੀਂ ਬੜੇ ਕਾਬਲ ਬੰਦੇ ਹੋ ਤੁਸੀਂ ਲੜੋ। ਬੜੀ ਔਖੀ ਵਜ਼ੀਰੀ ਮਿਲਦੀ ਆ ਹਰਭਜਨ ਸਿੰਘ ਜੀ। ETO ਸਾਹਿਬ ਬੜੀ ਜੁਰਮ ਲੜਿਆ। ਇਹ ਚੱਲ ਰਹੀ ਹੈ ਗੱਲ, ਹੈ ਚੱਲ ਰਹੀ ਹੈ, ਮਜ਼ਾਕ ਚ ਨਾ ਲਓ, ਇਹ ਚੱਲ ਰਹੀ ਹੈ ਗੱਲ ਕਿ ਜੇ ਆਮ ਆਦਮੀ ਪਾਰਟੀ ਨੂੰ ਕੋਈ ਹੈਵੀ ਵੇਟ ਉਹ ਨਹੀਂ ਮਿਲਿਆ ਤਾਂ ਮੰਤਰੀਆਂ ਚੋਂ ਕਿਸੇ ਨੂੰ ਇੱਕ ਨੂੰ ਖੜਾ ਕੀਤਾ ਜਾਏ। ਇਹ ਪਾਰਟੀ ਦੇ ਅੰਦਰ ਚੱਲ ਰਿਹਾ ਔਰ ਮੈਨੂੰ ਲੱਗ ਵੀ ਇਹੀ ਰਿਹਾ ਸੀ ਵੀ ਜਿਹੜੇ ਸ਼ਾਇਦ ਇਹ ਉਸੇ ਕੈਟਾਗਰੀ ਦੇ ਤਹਿਤ ਹੀ ਜਿਹੜੇ ਪੋਸਟਰ ਉਹਨਾਂ ਨੇ ਲਗਾਏ ਆ। ਅਦਰਵਾਈਜ਼ ਕੋਈ ਬਣਦਾ ਨਹੀਂ ਹੈ ਉਹਨਾਂ ਦਾ ਪੋਸਟਰ ਲਗਾਉਣਾ, ਕਿਉਂਕਿ ਮਿਨਿਸਟਰ ਤਾਂ ਕਦੇ ਇਸ ਤਰ੍ਹਾਂ ਦੇ ਪੋਸਟਰ ਨਹੀਂ ਲਗਾਉਂਦੇ। ਪਾਰਟੀ ਵਰਕਰਸ ਦਾ ਕੰਮ ਹੁੰਦਾ ਜਾਂ ਪਾਰਟੀ ਦੇ ਲੀਡਰ ਦਾ ਕੰਮ ਹੁੰਦਾ। ਕੋਈ ਕੈਬਨਿਟ ਮਿਨਿਸਟਰ ਇਸ ਤਰ੍ਹਾਂ ਦੀ ਉਹ ਨਹੀਂ ਕਰਦਾ। ਮੈਨੂੰ ਲੱਗਦਾ ਕਿ ਜਿਹੜੀ ਉਹ ਲਾਈਮਲਾਈਟ 'ਚ ਆਉਣ ਦਾ ਇੱਕ ਉਹ ਸੀਗਾ ਕਿ ਮਿਨਿਸਟਰ ਪੋਸਟਰ ਲਗਾ ਲਿਆ, ਉਹ ਸ਼ਾਇਦ ਕਿਤੇ ਇਹ ਹੀ ਨਾ ਹੋਵੇ ਕਿ ਉਹਨਾਂ ਨੂੰ ਕਿਹਾ ਜਾਏ ਕਿ ਤੁਸੀਂ ਜਲੰਧਰ ਦੀ ਇਲੈਕਸ਼ਨ ਲੜੋ। ਦੇਖੋ ਜੰਡਿਆਲੇ ਤੋਂ ਜਿੱਤਿਆ ਬੰਦਾ ਜਲੰਧਰ 'ਚ ਜਾ ਕੇ ਪੋਸਟਰ ਲਾ ਰਿਹਾ ਹੋਵੇ ਤੇ ਫਿਰ ਇਹ ਗੱਲ ਬਣਦੀ। ਪਰ ਅਸੀਂ ਮਜ਼ਾਕ ਨਹੀਂ ਕਰ ਰਹੇ, ਅਸੀਂ ਤਾਂ ਦੁੱਖ ਦੱਸ ਰਹੇ ਹਾਂ, ਦਰਦ ਦੱਸ ਰਹੇ ਹਾਂ। ਦੋ ਵੱਡੇ ਮਹਿਕਮੇ B&R PWD ਨਾਲ ਪਾਵਰ ਤੇ ਉਹ ਸਾਡੇ ਏਰੀਏ ਦੇ ਨਾਲ ਗਵਾਂਢੀ ਆ। ਕਿਤੇ ਕੋਈ ਸੜਕ ਟੁੱਟੀ ਭੱਜੀ ਆ ਉਹ ਬਣਾਉਂਦੇ ਹੋਣਗੇ, ਕੋਈ ਚਾਰ ਖੰਭੇ ਇੱਧਰ ਉੱਧਰ ਕਰਾਉਂਦੇ ਹੋਣਗੇ। ਸਾਡਾ ਮੰਤਰੀ ਤੇ ਗਿਆ ਨਾ, ਜੇ ਮੰਤਰੀ ਨੂੰ ਇਲੈਕਸ਼ਨ ਲੜਨ ਤਾਂ ਦੇਖੋ ਸਾਨੂੰ ਤੇ ਉਸ ਦੁੱਖ ਦੇ ਵਿੱਚੋਂ ਆ। ਹੋਰ ਹਰਭਜਨ ਸਿੰਘ ਹੋਣੀ ਜੇ ਪਾਰਲੀਮੈਂਟ 'ਚ ਬਹਿਣਾ ਚਾਹੁੰਦੇ ਆ ਤੇ ਉੱਥੇ ਬੰਗਲਾ ਚੰਗਾ ਮਿਲ ਹੀ ਜਾਂਦਾ। ਪਤਾ ਨਹੀਂ ਹੁਣ ਵਿਰੋਧੀਆਂ ਨੂੰ ਚੰਗਾ ਦਿੰਦੇ ਕਿ ਮਾੜਾ ਰੈਨੋਵੇਟ ਕਿੱਦਾਂ ਕਰਾ ਕੇ ਦਿੰਦੇ ਆ, ਇਹ ਵੱਖਰੀ ਗੱਲ ਆ। ਪਰ ETO ਸਾਹਿਬ ਫਿਰ ਜੰਡਿਆਲੇ ਤੋਂ ਚੰਡੀਗੜ੍ਹ ਨੂੰ ਨਹੀਂ ਦਿੱਲੀ ਨੂੰ ਜਾਇਆ ਕਰਨਗੇ। ਖੈਰ ਮੈਂ ਅੱਗੇ ਵੱਧਦਾ ਇਸ ਮਾਮਲੇ ਦੇ ਉੱਤੇ। ਮੈਂ ਇੰਦਰਪ੍ਰੀਤ ਜੀ ਤੁਸੀਂ ਮੈਨੂੰ ਹਲਕਾ ਜਿਹਾ ਜਿਹੜਾ ਟੋਲ ਪਲਾਜ਼ੇ ਵਾਲਾ ਮਾਮਲਾ ਹੈ ਨਾ ਰੋਪੜ ਆਨੰਦਪੁਰ ਸਾਹਿਬ ਦੇ ਦਰਮਿਆਨ ਦੇ ਵਿੱਚ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਸਵੇਰੇ ਸਵੇਰੇ ਚਾਹ ਪੀਤੇ ਬਿਨਾਂ ਟਵੀਟ ਕੀਤਾ ਤੇ ਉਹ ਟਵੀਟ ਦੇ ਨਜ਼ਰੀਏ ਤੋਂ ਦੱਸਿਓ ਮੁੱਖ ਮੰਤਰੀ ਸਾਹਿਬ ਫਿਰ ਦਿਨ ਵੇਲੇ ਕਿਸੇ ਵੇਲੇ ਜਾ ਕੇ ਪਲਾਜ਼ਾ ਬੰਦ ਕਰਾਉਣਗੇ ਅੱਜ? ਉਹਦੇ ਨਵਜੋਤ ਸਿੰਘ ਸਿੱਧੂ ਦਾ ਇੱਕ ਉਹਨਾਂ ਦੀ ਟੀਮ ਦਾ ਬਿਆਨ ਜਿਹਾ ਆ ਗਿਆ ਵੀ ਉਹ ਦੁਪਹਿਰੋਂ ਬਾਅਦ ਮੀਡੀਆ ਨੂੰ ਐਡਰੈਸ ਕਰਨਗੇ ਨਵਜੋਤ ਸਿੰਘ ਸਿੱਧੂ। ਦੇਖੋ ਉਹਨਾਂ ਦੀ ਲੰਬੀ ਚੌੜੀ ਮੈਡੀਟੇਸ਼ਨ ਤੋਂ ਬਾਅਦ ਪ੍ਰਵਚਨ ਕਿਹੜੇ ਆਉਂਦੇ ਆ ਇਹ ਦੇਖਣਾ ਬੜਾ ਅਹਿਮ ਹੋਏਗਾ। ਹੁਣ ਤੁਸੀਂ ਉਹ ਮੈਨੂੰ ਦੱਸਿਓ ਜਰਾ ਟੋਲ ਪਲਾਜ਼ਾ। ਫਿਰ ਆਖਰ ਦੇ ਵਿੱਚ ਜਥੇਦਾਰ ਸਾਹਿਬ ਨੇ ਸਿੱਖ ਪੱਤਰਕਾਰ ਸੱਦੇ ਆ ਹਿਸਟਰੀ ਦੇ ਵਿੱਚ ਸ਼ਾਇਦ ਪਹਿਲੀ ਵਾਰੀ, ਪਰ ਉਹਨਾਂ ਨੇ ਧਿਆਨ ਨਾਲ ਸੱਦੇ ਨੇ। ਉਹਨਾਂ ਨੇ ਦਮਦਮਾ ਸਾਹਿਬ ਸੱਦਿਆ, ਅਕਾਲ ਤਖਤ ਤੇ ਨਹੀਂ ਸੱਦੇ, ਨਹੀਂ ਤੇ ਕਈਆਂ ਨੂੰ ਤਾਂ ਅੰਦਰ ਐਂਟਰੀ ਕਰਨੀ ਔਖੀ ਹੋ ਜਾਣੀ ਸੀ ਕਿਉਂਕਿ ਮਰਿਆਦਾ ਦਾ ਵੀ ਮਾਮਲਾ ਹੁੰਦਾ। ਰੰਧਾਵਾ ਸਾਹਿਬ ਜਿਹੜਾ ਆਨੰਦਪੁਰ ਸਾਹਿਬ ਵਾਲਾ ਟੋਲ ਪਲਾਜ਼ਾ ਹੈਗਾ ਇਹ 2007 ਦੇ ਵੇਲੇ ਤੋਂ ਪਹਿਲਾਂ ਦਾ ਬਣਿਆ ਸੀਗਾ। ਜਦੋਂ ਅਕਾਲੀ ਗਵਰਨਮੈਂਟ ਆਈ ਸੀ ਉਹਨਾਂ ਨੇ ਹੀ ਬਣਾਇਆ ਸੀ ਇਹ। ਤੇ ਉਦੋਂ ਮਤਲਬ ਕੰਪਨੀ ਨੇ ਇਹ ਕਿਹਾ ਕਿ ਸਾਨੂੰ 539 ਦਿਨ ਦੀ ਛੂਟ ਦਿੱਤੀ ਜਾਏ, ਕਿਉਂਕਿ ਤੁਹਾਨੂੰ ਪਤਾ ਪਿੱਛੇ ਕਰੋਨਾ ਦੇ ਟਾਈਮ 'ਚ ਸਭ ਨੇ ਛੂਟਾਂ ਮੰਗੀਆਂ। ਤਾਂ ਉਹ ਅੱਜ ਜਿਹੜਾ ਇੱਕ ਟਵੀਟ ਆਇਆ ਮੁੱਖ ਮੰਤਰੀ ਦਾ, ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਹ ਛੂਟ ਦੇਣ ਵਾਲੀ ਜਿਹੜੀ ਫਾਈਲ ਸੀ ਉਹ ਖਾਰਜ ਕਰਤੀ ਹੈ। ਇਹ ਪਹਿਲਾਂ ਵੀ ਜਿਹੜੇ ਨਿਯਮ ਨੇ ਉਹਨਾਂ ਦਾ ਕੋਈ ਪਾਲਣ ਨਹੀਂ ਕਰਦੇ, ਇਸ ਕਰਕੇ ਕੋਈ ਛੂਟ ਨਹੀਂ। ਅੱਜ ਤੋਂ ਇਹ
ਟੋਲ ਪਲਾਜ਼ਾ ਸੀ ਬੰਦ ਕਰ ਰਹੇ ਹਾਂ। ਪਰ ਇਹਦੇ ਨਾਲ ਇੱਕ ਛੋਟਾ ਜਿਹਾ ਜਿਹੜਾ ਇੱਕ ਕਿੱਸਾ ਹੈ ਮੈਨੂੰ ਇਹਦੇ ਤੇ ਯਾਦ ਆ ਗਿਆ ਕਿ ਜਦੋਂ ਇਹ ਟੋਲ ਪਲਾਜ਼ਾ ਲੱਗਿਆ ਹੀ ਸੀਗਾ ਤਾਂ ਇਸੇ ਏਰੀਆ ਦੇ ਜਿਹੜੇ MLA ਸੀਗੇ ਸੰਤ ਅਜੀਤ ਸਿੰਘ, ਮੈਂ ਉਹਨਾਂ ਨੂੰ ਦੇਖਿਆ ਪੂਰੇ 5 ਸਾਲ ਉਹ ਬੰਦੇ ਨੇ ਇੱਕ ਵੀ ਸ਼ਬਦ ਮਤਲਬ ਪੂਰੇ ਵਿਧਾਨ ਸਭਾ ਦੇ ਉਸ ਚ ਨਹੀਂ ਬੋਲਿਆ। ਪਰ ਇਹ ਵੀ ਰਿਹਾ ਕਿ ਉਹ ਇੱਕ ਵੀ ਮਿੰਟ ਬਾਹਰ ਵੀ ਨਹੀਂ ਗਏ, ਸੁਣਿਆ ਸਭ ਦੀ ਉਹਨਾਂ ਨੇ, ਇੱਕ ਇੱਕ ਬੰਦੇ ਨੂੰ ਉਹ ਸੁਣਦੇ ਰਹੇ, ਚੌਂਕੜੀ ਮਾਰ ਕੇ ਬੈਠਦੇ ਹੁੰਦੇ ਸੀ। ਬੜੀ ਇੰਟਰਸਟਿੰਗ ਸੀ, ਵਿਧਾਨ ਸਭਾ ਦੇ ਅੰਦਰ ਉਹ ਚੌਂਕੜੀ ਮਾਰ ਕੇ ਆਪਣੀ ਸੀਟ ਤੇ ਬੈਠਦੇ ਸੀ, ਇੱਕ ਇੱਕ ਬੰਦੇ ਨੂੰ ਸੁਣਦੇ ਸੀ। ਪਰ ਇੱਕੋ ਵਾਰੀ ਉਹ ਬੋਲੇ ਤੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਲਾਜਵਾਬ ਕਰਤਾ, ਜਿਹੜੇ ਕਿ ਮਤਲਬ ਬਾਕੀ ਸਾਰੀ ਵਿਰੋਧੀ ਧਿਰ ਨੂੰ ਲਾਜਵਾਬ ਕਰਕੇ ਰੱਖਦੇ ਹੈ। ਇਸ ਮਾਮਲੇ 'ਚ ਉਹਨਾਂ ਨੇ ਕਿਹਾ ਕਿ ਬਹੁਤ ਕਮਾਲ ਦੀ ਵਿਉਂਤ ਉਹ ਬੰਨੀ ਕਿ ਜੀ ਇਹ ਇੱਥੇ ਆਨੰਦਪੁਰ ਸਾਹਿਬ ਹੈ, ਇੱਥੇ ਕੀਰਤਪੁਰ ਸਾਹਿਬ ਹੈ, ਉਹਦੀ ਤੁਸੀਂ ਬਹੁਤ ਅੱਛੀ ਡਿਵੈਲਪਮੈਂਟ ਕਰ ਰਹੇ ਹੋ। ਸਾਰਾ ਕੁਝ ਕਰ ਕਰਕੇ ਉਹਨਾਂ ਨੇ ਇਸ ਗੱਲ ਤੇ ਲਿਆ ਏ ਕਿ ਤੁਸੀਂ ਜਿਹੜਾ ਇਹ ਟੋਲ ਪਲਾਜ਼ਾ ਲਾਇਆ ਨਾ ਜੀ, ਇਹ ਬਹੁਤ ਖਰਾਬ ਕੰਮ ਕੀਤਾ। ਕਿ ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜੇ ਸਾਡੇ ਲੋਕ ਮਤਲਬ ਇੱਥੇ ਅਸਥੀਆਂ ਵਹਾਉਣ ਆਉਂਦੇ ਹੈ ਉਹ ਸਰਕਾਰ ਨੂੰ ਉਹਦੇ ਪੈਸੇ ਦਿਆ ਕਰਨ। ਮਤਲਬ ਬਾਦਲ ਸਾਹਿਬ ਨੂੰ ਇਸ ਗੱਲ ਦੇ ਉੱਤੇ ਇੱਕ ਸ਼ਬਦ ਵੀ ਨਹੀਂ ਸੁਝਿਆ ਕਿ ਉਹ ਕੀ ਕਹਿਣ। ਉਹਨਾਂ ਨੇ ਜ਼ਰੂਰ ਕਿਹਾ ਉੱਥੇ ਕਿ ਜੀ ਜਥੇਦਾਰ ਜੀ ਤੁਹਾਡੀ ਇਹ ਜਿਹੜੀ ਮੰਗ ਹੈ ਇਹਦਾ ਧਿਆਨ 'ਚ ਰੱਖਦੇ ਹੋਏ ਟੋਲ ਪਲਾਜ਼ਾ ਨੂੰ ਅੱਗੇ ਪਿੱਛੇ ਕੀਤਾ ਜਾਊਗਾ, ਕੀਰਤਪੁਰ ਸਾਹਿਬ ਜਾਣ ਵਾਲਿਆਂ ਨੂੰ ਟੋਲ ਨਹੀਂ ਲੱਗੂਗਾ। ਇਹ ਉਹਨਾਂ ਨੇ ਉਸ ਟਾਈਮ ਗੱਲ ਕੀਤੀ। ਮੈਂ ਇਹ ਗੱਲ ਅੱਜ ਜਿਹੜਾ ਜਦੋਂ ਬੰਦ ਹੋ ਰਿਹਾ ਤਾਂ ਮੈਨੂੰ ਉਹ ਗੱਲ ਯਾਦ ਆ ਗਈ ਬੜੇ ਦਿਨਾਂ ਤੇ, ਮੈਂ ਦਿਮਾਗ 'ਚ ਰੱਖੀ ਹੋਈ ਸੀ ਕਿ ਦੇਖੋ ਕੋਈ ਬੰਦਾ ਕਈ ਵਾਰੀ ਬਿਲਕੁਲ ਕੋਈ ਸ਼ਬਦ ਨਹੀਂ ਬੋਲਦਾ, ਲੇਕਿਨ ਜਦੋਂ ਇੱਕ ਵਾਰ ਬੋਲਦਾ ਹੈ ਤਾਂ ਫਿਰ ਵੱਡੇ ਤੋਂ ਵੱਡੇ ਬੰਦੇ ਦੀ ਬੋਲਤੀ ਵੀ ਬੰਦ ਕਰ ਦਿੰਦਾ। ਭਾਸਕਰ ਸਾਹਿਬ, ਸੰਤ ਅਜੀਤ ਸਿੰਘ ਦੀ ਪੋਲਿਟਿਕਸ ਵੀ ਬੜੀ ਤਾਂ ਉਤਰਾ ਚੜਾ ਵਾਲੀ ਰਹੀ। ਮੈਂ ਤਾਂ ਨੇੜਿਓਂ ਦੇਖਣ ਦਾ ਯਤਨ ਉਹਨਾਂ ਸਮਿਆਂ 'ਚ ਕਰਦਾ ਰਿਹਾ, ਹੁਣ ਚਲੋ ਇਸ ਦੁਨੀਆ 'ਚ ਨਹੀਂ ਰਹੇ ਮੈਂ। ਪਰ ਤੁਹਾਡੇ ਕੋਲ ਜਾਣਾ ਹੈ ਅਕਾਲੀ ਪੋਲਿਟਿਕਸ ਵੱਲ, ਕਿਉਂਕਿ ਅਕਾਲੀ ਪੋਲਿਟਿਕਸ ਦੇ ਸੰਦਰਭ ਵਿੱਚ ਹੀ ਸ਼੍ਰੋਮਣੀ ਕਮੇਟੀ ਨੂੰ ਆਂਕਿਆ ਜਾਂਦਾ ਅਕਸਰ। ਕੱਲ ਸ਼੍ਰੋਮਣੀ ਕਮੇਟੀ ਨੇ ਬੇਕਸੂਰ ਨੌਜਵਾਨਾਂ ਦੀ ਫੜੋ ਫੜਾਈ ਦੇ ਖਿਲਾਫ DC ਵੱਲ ਮੰਗ ਪੱਤਰ ਇੱਕ ਭੇਜਿਆ। ਪ੍ਰਧਾਨ ਸਾਹਿਬ ਸੀ ਉਹਨਾਂ ਦਾ, ਬਾਕੀ ਅਮਲਾ ਫੈਲਾ ਚੰਗੀ, ਚਲੋ ਇੱਕ ਕਵਾਇਦ ਹੈ। ਪਰ ਨਾਲ ਹੀ ਕੱਲ ਸਿੰਘ ਸਾਹਿਬ ਨੇ ਇੱਕ ਇਕੱਤਰਤਾ 7 ਤਰੀਕ ਨੂੰ ਸੱਦ ਲਈ ਸਿੱਖ ਪੱਤਰਕਾਰਾਂ ਦੀ। ਹੁਣ ਅਸੀਂ ਤਾਂ ਮਾੜਾ ਮੋਟਾ ਕਲੇਮ ਕਰਦੇ ਹਾਂ ਕਿਉਂਕਿ ਸਿੱਖਾਂ ਦੇ ਘਰਾਂ 'ਚ ਪੈਦਾ ਹੋਏ ਹਾਂ, ਹਾਲਾਂਕਿ ਅਸੀਂ ਕਿਹੜੇ ਘੇਰੇ 'ਚ ਆਉਂਦੇ ਹਾਂ ਸਾਨੂੰ ਵੀ ਅਜੇ ਤੱਕ ਸਮਝ ਨਹੀਂ ਆਈ। ਲੇਕਿਨ ਜਿਹੜੀ ਇੱਕ ਗੈਰ ਸਿੱਖ ਇਸ ਚੀਜ਼ ਨੂੰ ਦੇਖ ਰਿਹਾ ਕਿ ਪੱਤਰਕਾਰਤਾ ਦੇ ਵਿੱਚ ਜੇ ਸਿੰਘ ਸਾਹਿਬ ਸਾਰੇ ਸਮੁੱਚੇ ਨੂੰ ਸੱਦ ਲੈਂਦੇ ਮੀਡੀਆ ਨੂੰ ਤੇ ਹਰਜ ਕੀ ਸੀ, ਕਿਉਂਕਿ ਇਹ ਤਾਂ ਕਲਾਵੇ 'ਚ ਲੈਣ ਵਰਗੀ ਗੱਲ ਆ। ਸਿੱਖ ਗੈਰ ਸਿੱਖ ਦਾ ਤੇ ਮਾਮਲਾ ਹੀ ਨਹੀਂ। ਮੈਂ ਤਾਂ ਇੰਜ ਵੇਖ ਰਿਹਾ। ਵੈਸੇ ਜਥੇਦਾਰ ਸਾਹਿਬ ਦੇ ਇਸ ਫੈਸਲੇ ਤੋਂ ਏਦਾਂ ਲੱਗਦਾ ਹੈ ਵੀ ਹੁਣ ਪੰਜਾਬ ਦੇ ਪੱਤਰਕਾਰ ਦੋ ਧਿਰਾਂ ਦੇ ਵਿੱਚ ਵੰਡ ਜਾਣਗੇ, ਸਿੱਖ ਪੱਤਰਕਾਰ ਤੇ ਗੈਰ ਸਿੱਖ ਪੱਤਰਕਾਰ। ਕਿਉਂਕਿ ਜਦ ਪੱਤਰਕਾਰਾਂ ਨਾਲ ਹੀ ਮੀਟਿੰਗ ਕਰਨੀ ਹੈ, ਕਿਉਂਕਿ ਪੰਜਾਬੀ ਕੋਈ ਵੀ ਪੱਤਰਕਾਰ ਹੈਗਾ ਉਹ ਪੰਜਾਬ ਦਾ ਭਲਾ ਹੀ ਚਾਹੁੰਦਾ, ਤੇ ਇਸ ਮੁੱਦੇ ਦੇ ਉੱਤੇ ਜੇ ਜਥੇਦਾਰ ਸਾਹਿਬ ਸਾਰਿਆਂ ਨੂੰ ਬੁਲਾ ਲੈਂਦੇ। ਔਰ ਇਹ ਮੁੱਦਾ ਇਸ ਕਰਕੇ ਵੀ ਭਾਰੂ ਹੈਗਾ ਹੈ ਕਿ ਜਦ ਅੰਮ੍ਰਿਤਪਾਲ ਅਪੀਲ ਕਰਦਾ ਜਥੇਦਾਰ ਸਾਹਿਬ ਨੂੰ ਕਿ ਜਥੇਦਾਰ ਸਾਹਿਬ ਤੁਹਾਡੇ ਉੱਤੇ ਇਲਜ਼ਾਮ ਲੱਗਦਾ ਹੈ ਕਿ ਤੁਸੀਂ ਇੱਕ ਪਰਿਵਾਰ ਦਾ ਪੱਖ ਭੂਰਦੇ ਹੋ, ਤੇ ਹੁਣ ਉਹਨਾਂ ਇਲਜ਼ਾਮਾਂ ਤੋਂ ਬਾਹਰ ਨਿਕਲਣ ਦਾ ਟਾਈਮ ਆ ਗਿਆ ਹੈ। ਔਰ ਉਸ ਤੋਂ ਇਲਾਵਾ ਇਹ ਵੀ ਕਹਿੰਦੇ ਨੇ ਕਿ ਹੁਣ ਤੁਹਾਨੂੰ ਆਪਣੇ ਜਥੇਦਾਰ ਹੋਣ ਦਾ ਸਬੂਤ ਦੇਣਾ ਪਏਗਾ। ਉਸ ਤੋਂ ਬਾਅਦ 7 ਤਰੀਕ ਦੀ ਇਹ ਮੀਟਿੰਗ ਬੜੀ ਇੰਪੋਰਟੈਂਸ ਰੱਖਦੀ ਹੈ। ਹੁਣ ਸਿੱਖ ਪੱਤਰਕਾਰ ਕੀ ਸਲਾਹ ਦਿੰਦੇ ਨੇ, ਕਿਉਂ ਦੂਜੇ ਪੱਤਰਕਾਰਾਂ ਨੂੰ ਨਹੀਂ ਬੁਲਾਇਆ ਗਿਆ? ਹੁਣ ਪਤਿਤ ਪੱਤਰਕਾਰ ਵੀ ਬੁਲਾਏ ਗਏ ਕਿ ਨਹੀਂ ਗਏ, ਇਹ ਵੀ ਇੱਕ ਬੜੀ ਗੱਲ ਹੈਗੀ, ਕਿਉਂਕਿ ਪਤਿਤ ਸ਼ਬਦ ਸੁਣਨ ਨੂੰ ਕਹਿਣ ਨੂੰ ਬੜਾ ਮਾੜਾ ਜਿਹਾ ਲੱਗਦਾ ਹੈ, ਪਰ ਇਹਦੇ ਵਿੱਚ ਬੜਾ ਹੇਅਰਲਾਈਨ ਡਿਫਰੈਂਸ ਹੈਗਾ ਸਿੱਖੀ ਦੇ ਵਿੱਚ। ਹੁਣ ਉਹਨਾਂ ਸਿੱਖ ਪੱਤਰਕਾਰਾਂ ਦੇ ਨਾਲ ਕੋਈ ਸਰਬਤ ਖਾਲਸਾ ਦਾ ਫੈਸਲਾ ਲੈਣਾ ਹੈ, ਇਹ ਵੀ ਬੜੀ ਇੰਪੋਰਟੈਂਸ ਰੱਖਦੀ ਹੈ। ਚਲੋ ਹੁਣ ਜਥੇਦਾਰ ਸਾਹਿਬ ਕੌਮ ਦੇ ਮੁਖੀ ਨੇ, ਉਹ ਕੁਝ ਵੀ ਕਰ ਸਕਦੇ ਨੇ, ਪਰ ਪੰਜਾਬੀ ਪੱਤਰਕਾਰਾਂ ਦੀ ਇਹ ਮੀਟਿੰਗ ਬੁਲਾਈ ਜਾਂਦੀ ਤੇ ਜ਼ਿਆਦਾ ਵਧੀਆ ਸੀਗਾ, ਕਿਉਂਕਿ ਸਾਰੇ ਪੰਜਾਬੀ ਪੱਤਰਕਾਰ ਪੰਜਾਬ ਦਾ ਭਲਾ ਚਾਹੁੰਦੇ ਨੇ। ਪਰ ਚਲੋ ਹੋ ਸਕਦਾ ਹੈ ਜਥੇਦਾਰ ਸਾਹਿਬ ਨੂੰ ਲੱਗਦਾ ਹੋਏ ਕਿ ਸਿੱਖ ਪੱਤਰਕਾਰ ਹੀ ਸਿਰਫ ਪੰਜਾਬ ਦਾ ਭਲਾ ਚਾਹੁੰਦੇ। ਮੈਨੂੰ ਲੱਗਦਾ ਸਿੰਘ ਸਾਹਿਬ ਵੀ ਮੁੱਖ ਮੰਤਰੀ ਔਰ ਪ੍ਰਧਾਨ ਮੰਤਰੀ ਵਾਲੀ ਲਾਈਨ ਤੇ ਚੱਲਦੇ ਆ। ਉਹ ਵੀ ਕਦੇ ਘੱਟ ਹੀ ਪੱਤਰਕਾਰਾਂ ਨੂੰ ਸਿੱਧਾ ਸਵਾਲ ਜਵਾਬ ਜਾਂ ਖੁੱਲੇ ਸਵਾਲ ਜਵਾਬ ਲਈ ਸੱਦਦੇ ਆ, ਚੁਣ ਕੇ ਹੀ ਕਰਦੇ ਆ ਤੈਅ ਵੀ ਆਪਾਂ ਇਦਾਂ ਹੀ ਕਰਨਾ। ਚਲੋ ਉਹਨਾਂ ਦਾ ਹੱਕ ਹਕੂਕ ਹੈ, ਇੱਥੇ ਡੈਮੋਕ੍ਰੇਸੀ ਆ, ਜਿਵੇਂ ਚਾਹਣ ਕਰਨ। ਅਸੀਂ ਕੌਣ ਹੁੰਨੇ ਆ? ਸਵਾਲ ਤਾਂ ਸਾਡੇ ਵੱਲ ਬੜੇ ਤੁਰੇ ਫਿਰਦੇ ਆ, ਸਾਨੂੰ ਵੀ ਜਵਾਬ ਦੇਣੇ ਚਾਹੀਦੇ। ਬਹੁਤ ਮਿਹਰਬਾਨੀ। ਧੰਨਵਾਦ ਜੀ।